ਸਤਿ ਸ਼੍ਰੀ ਅਕਾਲ। ਅੱਜ ਦਾ ਵਿਸ਼ਾ ਹੈ ਵਿਆਹ। ਸੋ ਇਸ ਵਿਸ਼ਾ ਦੇ ਵਿੱਚ ਆਪਾਂ ਦੇਖਾਂਗੇ ਕਿ ਵਿਆਹ ਦਾ ਕੀ ਅਰਥ ਹੈ, ਸਮਾਜ ਦੇ ਵਿੱਚ ਵਿਆਹ ਕਿਸ ਮਾਇਨੇ ਦੇ ਵਿੱਚ ਆਪਾਂ ਕਿਸ ਸੰਬੰਧ ਨੂੰ ਜਾਂ ਕਿਸ ਨੂੰ ਆਪਾਂ ਵਿਆਹ ਕਹਿੰਦੇ ਹਾਂ, ਉਸ ਦੀਆਂ ਪਰਿਭਾਸ਼ਾਵਾਂ, ਵਿਸ਼ੇਸ਼ਤਾਵਾਂ, ਵਿਆਹ ਦੇ ਉਦੇਸ਼, ਵਿਆਹ ਦੇ ਕੀ ਮਹੱਤਵ ਹਨ ਅਤੇ ਵਿਆਹ ਦੀਆਂ ਕਿਸਮਾਂ ਜੋ ਸਮਾਜ ਦੇ ਵਿੱਚ ਪਾਈਆਂ ਜਾਂਦੀਆਂ ਹਨ। ਤਾਂ ਸਭ ਤੋਂ ਪਹਿਲਾਂ ਵਿਆਹ ਜੋ ਇੱਕ ਵਿਸ਼ਾ ਹੈ, ਬਹੁਤ ਜ਼ਰੂਰੀ ਵਿਸ਼ਾ ਹੈ, ਜੋ ਸਮਾਜ ਦੇ ਵਿੱਚ ਹਰ ਇੱਕ ਪਾਸੇ ਦੇਖਣ ਨੂੰ ਮਿਲਦਾ ਹੈ। ਉਸ ਦੇ ਵਿੱਚ ਇਹ ਕਹਿਣਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿ ਵਿਆਹ ਇੱਕ ਤਰ੍ਹਾਂ ਦੀ ਸੰਸਥਾ ਹੈ, ਸਮਾਜਿਕ ਸੰਸਥਾ ਹੈ। ਸਮਾਜ ਦੇ ਵਿੱਚ ਸਮਾਜ ਆਪਣਾ ਕੀ ਹੈ, ਲੋਕਾਂ ਦੇ ਇਕੱਠ ਤੋਂ ਮਿਲ ਕੇ ਬਣਿਆ ਹੈ। ਅੱਡ-ਅੱਡ ਲੋਕ ਅਲੱਗ-ਅਲੱਗ ਜਾਤਾਂ ਨੂੰ, ਧਰਮਾਂ ਨੂੰ ਬਿਲੋਂਗ ਕਰਦੇ ਆ ਜਾਂ ਵੱਖ-ਵੱਖ ਨਸਲਾਂ ਦੇ ਹੋਣ ਦੇ ਬਾਵਜੂਦ ਸਾਰੇ ਇਕੱਠੇ ਮਿਲ ਕੇ ਇੱਕ ਸੰਗਠਿਤ ਰੂਪ ਦੇ ਵਿੱਚ ਸਮਾਜ ਦੇ ਵਿੱਚ ਰਹਿ ਰਹੇ ਹਨ। ਸੋ ਜੋ ਆਪਣਾ ਸਮਾਜ ਹੈ ਉਹ ਵੀ ਵੱਖ-ਵੱਖ ਸੰਸਥਾਵਾਂ ਦੇ ਨਾਲ ਜੁੜ ਕੇ ਬਣਿਆ ਹੈ। ਇਸ ਦਾ ਮਤਲਬ ਕਿ ਸਮਾਜ ਦੇ ਵਿੱਚ ਵੱਖ-ਵੱਖ ਸੰਸਥਾਵਾਂ ਪਾਈਆਂ ਜਾਂਦੀਆਂ, ਜਿਵੇਂ ਪਰਿਵਾਰ, ਵਿਆਹ, ਨਾਤੇਦਾਰੀ, ਕੋਈ ਧਾਰਮਿਕ ਸੰਸਥਾ ਹੈ, ਰਾਜਨੀਤਿਕ ਸੰਸਥਾ ਜਾਂ ਕੋਈ ਹੋਰ। ਸੋ ਇਸ ਤੋਂ ਇਹ ਚੀਜ਼ ਦਾ ਪਤਾ ਲੱਗਦਾ ਹੈ ਕਿ ਜੋ ਵਿਆਹ ਹੈ ਉਹ ਵੀ ਇੱਕ ਤਰ੍ਹਾਂ ਦਾ ਸਮਾਜਿਕ ਸੰਗਠਨ ਹੈ ਜਾਂ ਸਮਾਜਿਕ ਸੰਸਥਾ ਹੈ। ਸੋ ਸੰਸਥਾਵਾਂ ਦਾ ਕੀ ਕੰਮ ਹੁੰਦਾ? ਸੰਸਥਾਵਾਂ ਦਾ ਕੰਮ ਹੁੰਦਾ ਹੈ ਕਿ ਇੱਕ ਵਿਅਕਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ। ਹੁਣ ਇੱਥੇ ਇਹ ਜ਼ਰੂਰ ਦੱਸਣ ਦੀ ਜ਼ਰੂਰਤ ਹੈ ਕਿ ਜ਼ਰੂਰਤਾਂ ਕੀ ਹੈ ਇੱਕ ਮਨੁੱਖ ਦੀਆਂ। ਇੱਕ ਵਿਅਕਤੀ ਜਾਂ ਇੱਕ ਮਨੁੱਖ ਦੀਆਂ ਜ਼ਰੂਰਤਾਂ ਰੋਟੀ, ਕੱਪੜਾ ਤੇ ਮਕਾਨ, ਤੇ ਇਸ ਤੋਂ ਇਲਾਵਾ ਵੀ ਕੁਝ ਹੋਰ ਜ਼ਰੂਰਤਾਂ ਹੈ, ਕੁਝ ਮਾਨਸਿਕ ਜ਼ਰੂਰਤਾਂ, ਸਰੀਰਕ ਜ਼ਰੂਰਤਾਂ, ਕੁਝ ਸਮਾਜਿਕ ਤੌਰ ਦੇ ਉੱਤੇ ਵੀ ਜ਼ਰੂਰਤਾਂ ਦੀ ਲੋੜ ਪੈਂਦੀ ਹੈ ਤਾਂ ਕਿ ਵਿਅਕਤੀ ਸਮਾਜ ਦੇ ਵਿੱਚ ਇੱਕ ਸਹੀ ਦਿਸ਼ਾ ਦੇ ਵਿੱਚ ਚੱਲ ਸਕੇ। ਸੋ ਸੰਸਥਾਵਾਂ ਦਾ ਕੰਮ ਮਨੁੱਖ ਦੀਆਂ ਹਰ ਇੱਕ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ, ਤੇ ਇਹਦੇ ਵਿੱਚ ਇੱਕ ਜ਼ਰੂਰੀ ਜੋ ਜ਼ਰੂਰਤ ਹੈ ਉਹ ਕੀ ਹੋ ਜਾਏਗੀ? ਜੈਵਿਕ ਜ਼ਰੂਰਤ। ਜੈਵਿਕ ਜ਼ਰੂਰਤ ਫਿਜ਼ੀਕਲ ਨੀਡਸ ਤੋਂ ਤੁਸੀਂ ਬੋਲ ਸਕਦੇ ਹੋ ਜਾਂ ਜਿਸ ਨੂੰ ਲੈਂਗਿਕ ਸੰਬੰਧਾਂ ਦੁਆਰਾ ਪੂਰਾ ਕੀਤਾ ਜਾ ਸਕਦਾ ਹੈ, ਤੇ ਇਹ ਜ਼ਰੂਰਤਾਂ ਵਿਆਹ ਦੀ ਸੰਸਥਾ ਦੇ ਵਿੱਚ ਆ ਕੇ ਹੀ ਪੂਰੀਆਂ ਹੋ ਸਕਦੀਆਂ। ਸੋ ਦੇਖਾਂਗੇ ਇਸ ਦਾ ਅਰਥ। ਵਿਆਹ ਕੀ ਹੈ? ਇੱਕ ਸਮਾਜਿਕ ਅਤੇ ਸੱਭਿਆਚਾਰਕ ਧਾਰਨਾ ਹੈ। ਹੁਣ ਵਿਆਹ ਦੇ ਵਿਸ਼ੇ ਨੂੰ ਇੱਕ ਸਮਾਜਿਕ ਤੌਰ ਤੇ ਵੀ ਰੱਖਿਆ ਗਿਆ ਹੈ ਤੇ ਸੰਸਕ੍ਰਿਤਿਕ ਜਾਂ ਸੱਭਿਆਚਾਰਕ ਧਾਰਨਾ ਵੀ ਕਿਹਾ ਗਿਆ ਹੈ। ਸਮਾਜਿਕ ਤੌਰ ਤੇ ਰੱਖਣ ਦਾ ਮਤਲਬ ਕਿ ਸਮਾਜ ਦੇ ਵਿੱਚ ਇਹ ਇੱਕ ਸੰਸਥਾ ਜ਼ਰੂਰੀ ਹੈ ਜੋ ਲੋਕਾਂ ਦੀ ਜਾਂ ਮਨੁੱਖ ਦੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ, ਕਿਉਂਕਿ ਕੋਈ ਵੀ ਜ਼ਰੂਰਤ ਜੇ ਕਿਸੇ ਸੰਸਥਾ ਦੁਆਰਾ ਪੂਰੀ ਕੀਤੀ ਜਾ ਰਹੀ ਹੈ ਤਾਂ ਉਹ ਮਨੁੱਖ ਦੇ ਜੀਵਨ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗੀ। ਸੋ ਇਹ ਜੋ ਸੰਸਥਾ ਹੈ ਵਿਆਹ, ਇਹ ਮਰਦ ਅਤੇ ਔਰਤ ਦਾ ਮੇਲ ਹੈ, ਜਾਂ ਇਹ ਮਰਦ ਅਤੇ ਔਰਤ ਦੇ ਵਿਚਕਾਰ ਇੱਕ ਸਮਾਜਿਕ ਸਮਝੌਤਾ ਹੈ। ਉਹ ਸਮਝੌਤਾ ਜੋ ਸਮਾਜ ਨੇ ਜਿਸ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ ਜਾਂ ਸਮਾਜ ਦੁਆਰਾ ਪ੍ਰਵਾਨਿਤ ਕੀਤਾ ਗਈ ਇੱਕ ਸੰਸਥਾ। ਸੋ ਆਦਮੀ ਤੇ ਔਰਤ ਜਾਂ ਮਰਦ ਅਤੇ ਔਰਤ ਦੇ ਵਿਚਕਾਰ ਜੋ ਸਮਾਜਿਕ ਤੌਰ ਦੇ ਉੱਤੇ ਇੱਕ ਸਮਝੌਤਾ ਪਾਇਆ ਜਾ ਰਿਹਾ ਹੈ ਉਸ ਨੂੰ ਵਿਆਹ ਦਾ ਨਾਮ ਦੇਵਾਂਗੇ। ਅੱਗੇ ਚੱਲਦੇ ਹਾਂ ਕਿ ਔਲਾਦ ਦੀ ਦੇਖਭਾਲ ਪ੍ਰਦਾਨ ਕਰਨਾ, ਇਹ ਵੀ ਇੱਕ ਤਰ੍ਹਾਂ ਦਾ ਵਿਆਹ ਦਾ ਹੀ ਇੱਕ ਮੁੱਖ ਵਿਸ਼ੇਸ਼ਤਾ ਬੋਲ ਸਕਦੇ ਹੋ, ਜਾਂ ਫਿਰ ਵਿਆਹ ਦੇ ਵਿੱਚ ਵਿਆਹ ਤੋਂ ਬਾਅਦ ਇਹ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ, ਕਿਉਂਕਿ ਆਦਮੀ ਅਤੇ ਔਰਤ ਦਾ ਸੁਮੇਲ, ਉਸ ਤੋਂ ਬਾਅਦ ਬੱਚਾ ਪੈਦਾ ਹੋਣਾ ਤੇ ਉਹ ਬੱਚੇ ਜਾਂ ਔਲਾਦ ਦੀ ਦੇਖਭਾਲ ਕਰਨਾ ਵੀ ਜੋ ਵਿਆਹ ਦੀ ਸੰਸਥਾ ਹੈ ਉਸ ਦਾ ਇੱਕ ਮਹੱਤਵਪੂਰਨ ਕੰਮ ਹੋ ਜਾਂਦਾ ਹੈ। ਮਰਦ ਅਤੇ ਔਰਤ ਦਾ ਸਮਾਜਿਕ ਤੌਰ ਤੇ ਪ੍ਰਵਾਨਿਤ ਯੂਨੀਅਨ। ਸੋ ਯੂਨੀਅਨ ਕੀ ਹੈ? ਯੂਨੀਅਨ ਦੋ ਵਿਅਕਤੀਆਂ ਦਾ, ਦੋ ਅਲੱਗ-ਅਲੱਗ ਲੋਕਾਂ ਦਾ ਆਪਸ ਦੇ ਵਿੱਚ ਇੱਕ ਜੋੜ ਹੈ, ਏਕਤਾ ਹੈ। ਸੋ ਆਦਮੀ ਅਤੇ ਔਰਤ ਦਾ ਸਮਾਜਿਕ ਤੌਰ ਤੇ ਇੱਕ ਤਰ੍ਹਾਂ ਦੀ ਜੋ ਪ੍ਰਵਾਨ ਕੀਤਾ ਗਿਆ ਸਮਾਜ ਨੇ ਇੱਕ ਯੂਨੀਅਨ ਹੈ। ਇਹ ਇੱਕ ਘਰ ਦੀ ਸਥਾਪਨਾ ਕਰਦੀ ਹੈ, ਕਿਉਂਕਿ ਇਹ ਜੋ ਜਿੰਨੀਆਂ ਵੀ ਜ਼ਰੂਰਤਾਂ ਹੈ ਜੋ ਇੱਕ ਵਿਅਕਤੀ ਇਸ ਸਮਾਜਿਕ ਸੰਸਥਾ ਦੇ ਵਿੱਚ ਰਹਿ ਕੇ, ਇੱਕ ਵਿਆਹ ਦੀ ਸੰਸਥਾ ਦੇ ਵਿੱਚ ਰਹਿ ਕੇ ਪੂਰਾ ਕਰਦਾ ਹੈ, ਇਹ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਆਹ ਨਾਮ ਦੀ ਸੰਸਥਾ ਹੋਂਦ ਦੇ ਵਿੱਚ ਆਈ ਹੈ, ਜੋ ਹਰ ਥਾਂ ਉੱਤੇ ਦੇਖਣ ਨੂੰ ਮਿਲੀ, ਕਿਉਂਕਿ ਇਹ ਸਰਵ ਵਿਆਪਕ ਹੈ। ਜਿਵੇਂ ਪਰਿਵਾਰ ਹੈ, ਜਿਵੇਂ ਨਾਤੇਦਾਰੀ, ਰਿਸ਼ਤੇਦਾਰੀ ਹੈ ਜਾਂ ਧਾਰਮਿਕ ਸੰਸਥਾਵਾਂ ਵੱਖ-ਵੱਖ ਜਗ੍ਹਾ ਦੇ ਉੱਤੇ ਦੇਖਣ ਨੂੰ ਮਿਲਦੀਆਂ, ਉਸ ਤਰ੍ਹਾਂ ਹੀ ਜੋ ਵਿਆਹ ਦੀ ਸੰਸਥਾ ਹੈ ਉਹ ਵੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਦੇਖਣ ਨੂੰ ਮਿਲੇਗੀ। ਕਿਉਂ? ਕਿਉਂਕਿ ਇਹ ਜੋ ਸੰਸਥਾ ਹੈ ਇਹ ਵਿਅਕਤੀ ਦੀਆਂ ਹਰ ਇੱਕ ਤਰ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ, ਤੇ ਜੇ ਕੋਈ ਸੰਸਥਾ ਕਿਸੇ ਵਿਅਕਤੀ ਦੀ ਜ਼ਰੂਰਤ ਨੂੰ ਪੂਰਾ ਕਰਦੀ ਹੈ ਤਾਂ ਉਹ ਇਸ ਸਮਾਜ ਦਾ ਵੀ ਤੇ ਉਸ ਵਿਅਕਤੀ ਦੀ ਜ਼ਿੰਦਗੀ ਦਾ ਵੀ ਇੱਕ ਮਹੱਤਵਪੂਰਨ ਅੰਗ ਬਣ ਜਾਂਦੀ ਹੈ। ਸੋ ਵਿਆਹ ਪੁਰਸ਼ ਅਤੇ ਔਰਤ ਨੂੰ ਪਰਿਵਾਰਿਕ ਜੀਵਨ ਵਿੱਚ ਦਾਖਲ ਕਰਨ ਲਈ ਇੱਕ ਸੰਸਥਾ ਹੈ। ਸੋ ਵਿਆਹ ਉਹ ਸੰਸਥਾ ਹੈ ਜੋ ਇੱਕ ਔਰਤ ਨੂੰ ਅਤੇ ਇੱਕ ਪੁਰਸ਼ ਨੂੰ ਪਰਿਵਾਰਿਕ ਜੀਵਨ ਦੇ ਵਿੱਚ, ਪਰਿਵਾਰ ਜੋ ਇੱਕ ਮੈਰਿਜ ਹੈ, ਜੋ ਵਿਆਹ ਹੈ, ਉਸ ਤੋਂ ਅੱਗੇ ਹੀ ਜੋ ਪਰਿਵਾਰ ਹੈ, ਇੱਕ ਸੰਸਥਾ ਹੈ, ਉਸ ਦਾ ਜਨਮ ਹੋਇਆ। ਇਸ ਕਰਕੇ ਇਹ ਪਰਿਵਾਰਿਕ ਜੀਵਨ ਦੇ ਵਿੱਚ ਪ੍ਰਵੇਸ਼ ਕਰਨ ਲਈ ਇੱਕ ਸੰਸਥਾ ਹੈ। ਅਲੱਗ-ਅਲੱਗ
ਜਗ੍ਹਾ ਦੇ ਉੱਤੇ ਅਲੱਗ-ਅਲੱਗ ਧਰਮ, ਰੀਤੀ ਰਿਵਾਜ਼ਾਂ ਦੇ ਨਾਲ, ਅਲੱਗ-ਅਲੱਗ ਸੰਸਕ੍ਰਿਤੀਆਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਵਿਆਹ ਹਰ ਇੱਕ ਜਗ੍ਹਾ ਦੇ ਉੱਤੇ ਪਾਏ ਜਾਂਦੇ ਆ। ਸੋ ਇਹ ਚੀਜ਼ ਆਪਾਂ ਇਸੇ ਟੌਪਿਕ ਦੇ ਵਿੱਚ ਅੱਗੇ ਕਰਾਂਗੇ, ਲੇਕਿਨ ਇੱਥੇ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਦੇਖਿਆ ਜਾਵੇ ਕਿ ਪਰਿਭਾਸ਼ਾ ਕੀ ਹੈ ਵਿਆਹ ਦੀ। ਸੋ ਲੁੰਡਬਰਗ ਇੱਕ ਸੋਸ਼ੋਲੋਜਿਸਟ ਹੈ, ਉਸਦੇ ਅਨੁਸਾਰ ਵਿਆਹ ਵਿੱਚ ਨਿਯਮ ਸ਼ਾਮਿਲ ਹੁੰਦੇ ਹਨ। ਉਹ ਨਿਯਮ ਜੋ ਔਰਤ ਤੇ ਮਰਦ ਜਾਂ ਪਤੀ ਪਤਨੀ ਜਦ ਉਹਨਾਂ ਦਾ ਵਿਆਹ ਹੋ ਜਾਏਗਾ, ਉਹ ਪਤੀ ਪਤਨੀ ਵਜੋਂ ਅਖਵਾਉਣ ਲੱਗ ਜਾਣਗੇ, ਉਹ ਨਿਯਮਾਂ ਨੂੰ ਫੋਲੋ ਕੀਤਾ ਜਾਏਗਾ, ਉਹ ਨਿਯਮਾਂ ਦੀ ਪਾਲਣਾ ਕੀਤੀ ਜਾਏਗੀ। ਸੋ ਵਿਆਹ ਦੇ ਵਿੱਚ ਉਹ ਨਿਯਮ ਸ਼ਾਮਿਲ ਹੁੰਦੇ ਹਨ ਜੋ ਇੱਕ ਦੂਜੇ ਦੇ ਸੰਬੰਧ ਵਿੱਚ ਪਤੀ ਜਾਂ ਪਤਨੀ ਦੇ ਅਧਿਕਾਰਾਂ, ਕਰਤੱਵਾਂ ਅਤੇ ਵਿਸ਼ੇਸ਼ ਅਧਿਕਾਰਾਂ ਨੂੰ ਪਰਿਭਾਸ਼ਿਤ ਕਰਦੇ ਹਨ। ਕਿਉਂਕਿ ਇਹ ਦੇਖਣ ਨੂੰ ਮਿਲਿਆ ਕਿ ਜਦੋਂ ਇੱਕ ਔਰਤ ਤੇ ਇੱਕ ਆਦਮੀ ਦਾ ਜਦੋਂ ਵਿਆਹ ਦੀ ਸੰਸਥਾ ਦੇ ਵਿੱਚ ਪ੍ਰਵੇਸ਼ ਕਰਦੇ ਹੈ, ਕਈ ਤਰ੍ਹਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਸੋ ਜਿੱਥੇ ਇੱਕ ਵਿਅਕਤੀ ਨਿਯਮਾਂ ਦੇ ਵਿੱਚ ਸ਼ਾਮਿਲ ਹੋ ਜਾਏਗਾ, ਇੱਕ ਦੂਜੇ ਨਾਲ ਪਤੀ ਜਾਂ ਪਤਨੀ ਵਜੋਂ ਉਸਦੇ ਸੰਬੰਧ ਬਣਨਗੇ, ਕੁਝ ਅਧਿਕਾਰ ਦਿੱਤੇ ਜਾਣਗੇ, ਕੁਝ ਉਹਨਾਂ ਦੇ ਕਰਤੱਵ ਹੋਣਗੇ, ਤੇ ਇਹਨਾਂ ਵਿਸ਼ੇਸ਼ ਅਧਿਕਾਰਾਂ ਨੂੰ ਸਹੀ ਢੰਗ ਨਾਲ ਜਿੱਥੇ ਇੱਕ ਵਿਅਕਤੀ ਆਪਣੀ ਭੂਮਿਕਾ ਨਿਭਾਉਣ ਲੱਗ ਜਾਏਗਾ, ਉਸਨੂੰ ਵਿਆਹ ਦੀ ਸੰਸਥਾ ਦਾ ਨਾਮ ਦੇ ਦਿੱਤਾ ਜਾਏਗਾ। ਮੈਲਿਨੋਸਕੀ ਨੇ ਇੱਕ ਪਰਿਭਾਸ਼ਾ ਦਿੱਤੀ ਹੈ ਕਿ ਵਿਆਹ ਬੱਚਿਆਂ ਦੇ ਉਤਪਾਦਨ ਅਤੇ ਰੱਖ ਰਖਾਅ ਲਈ ਇਕਰਾਰਨਾਮਾ ਹੈ। ਵਿਆਹ, ਕਿਉਂਕਿ ਪ੍ਰਾਚੀਨ ਸਮੇਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਬਿਨਾਂ ਵਿਆਹ ਤੋਂ ਜਾਂ ਵਿਆਹ ਦੀ ਸੰਸਥਾ ਤੋਂ ਬਿਨਾਂ ਹੀ ਇੱਕ ਔਰਤ ਤੇ ਇੱਕ ਪੁਰਸ਼ ਸਮਾਜ ਦੇ ਵਿੱਚ ਯੌਨ ਸੰਬੰਧ ਸਥਾਪਿਤ ਕਰਦੇ ਸੀ ਤੇ ਅੱਗੇ ਬੱਚੇ ਪੈਦਾ ਹੁੰਦੇ ਸੀ, ਤੇ ਉਹ ਬੱਚਿਆਂ ਦੀ ਦੇਖ ਦਿਖਾਈ ਜਾਂ ਫਿਰ ਉਸ ਬੱਚਿਆਂ ਦਾ ਟੇਕ ਕੇਅਰ ਕਰਨਾ ਬਹੁਤ ਹੀ ਔਖਾ ਹੋ ਜਾਂਦਾ ਸੀ, ਕਿਉਂਕਿ ਉਹ ਜ਼ਿੰਮੇਵਾਰੀ ਕੋਈ ਨਹੀਂ ਸੀ ਲੈਂਦਾ, ਕਿਉਂਕਿ ਉਹ ਇੱਕ ਸਮਾਜਿਕ ਤੌਰ ਉੱਤੇ ਉਹ ਨਿਯਮਾਂ ਦੇ ਵਿੱਚ ਸ਼ਾਮਿਲ ਹੀ ਨਹੀਂ ਸੀ ਹੋ ਸਕਿਆ। ਇਸ ਕਰਕੇ ਜਦ ਇਹ ਚੀਜ਼ਾਂ ਸਮਾਜ ਦੇ ਵਿੱਚ ਜਦ ਇੱਕ ਵਿਘਟਨ ਦੀ ਸਥਿਤੀ ਪੈਦਾ ਹੋਈ ਕਿ ਉਸ ਬੱਚਿਆਂ ਦੀ ਪਰਵਰਿਸ਼ ਕੌਣ ਕਰੇਗਾ ਜਾਂ ਕੌਣ ਉਸ ਬੱਚਿਆਂ ਦਾ ਪਿਤਾ ਜਾਂ ਮਾਂ ਹੋਏਗੀ, ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਸਮਾਜ ਦੇ ਵਿੱਚ ਇਹ ਸੰਸਥਾ ਸਥਾਪਿਤ ਕੀਤੀ ਗਈ, ਜਿਸ ਦੇ ਵਜੋਂ ਬੱਚਿਆਂ ਦੀ ਦੇਖਭਾਲ, ਉਹਨਾਂ ਨੂੰ ਇੱਕ ਨਾਮ ਮਿਲਣਾ, ਪਿਤਾ ਦਾ ਨਾਮ ਮਿਲਣਾ, ਮਾਤਾ ਦਾ ਨਾਮ ਮਿਲਣਾ, ਸੋ ਇਹ ਸਾਰੀਆਂ ਚੀਜ਼ਾਂ ਹੀ ਨਿਯਮਾਂ ਦੇ ਵਿੱਚ ਸ਼ਾਮਿਲ ਹੁੰਦੀਆਂ ਹਨ। ਇਸ ਤੋਂ ਇਲਾਵਾ ਵਿਆਹ ਜੋ ਹੈ ਉਸਨੇ ਹੀ ਇੱਕ ਪਰਿਵਾਰ ਨਾਮ ਦੀ ਸੰਸਥਾ ਨੂੰ ਜਨਮ ਦਿੱਤਾ ਜਾਂ ਉਸ ਸੰਸਥਾ ਦੀ ਨੀਂਹ ਰੱਖੀ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਮਨੁੱਖੀ ਸਰੀਰ ਹੈ, ਮਨੁੱਖੀ ਸਰੀਰ ਦੀ ਜੋ ਇੱਕ ਮੇਨ ਸਰੀਰ ਨੂੰ ਜਿਸਨੇ ਹੋਲਡ ਕਰਕੇ ਰੱਖਿਆ ਹੋਇਆ ਉਹ ਹੈ ਆਪਣੀ ਬੈਕਬੋਨ, ਉਵੇਂ ਹੀ ਜੋ ਸਮਾਜ ਹੈ ਉਸਨੂੰ ਇੱਕ ਪਰਿਵਾਰ ਤੇ ਵਿਆਹ ਦੇ ਨਾਮ ਦੀ ਸੰਸਥਾ ਨੇ ਉਸਨੂੰ ਸੰਭਾਲ ਕੇ ਰੱਖਿਆ ਹੋਇਆ, ਜਾਂ ਕਹਿ ਸਕਦੇ ਹੋ ਕਿ ਉਸਨੂੰ ਇੱਕ ਸਹੀ ਆਕਾਰ ਦੇ ਵਿੱਚ ਖੜਾ ਕੀਤਾ ਹੋਇਆ। ਇਸ ਕਰਕੇ ਇਹ ਦੋਨੋਂ ਹੀ ਸੰਸਥਾਵਾਂ, ਭਾਵੇਂ ਪਰਿਵਾਰ ਹੈ ਜਾਂ ਵਿਆਹ ਹੈ, ਦੋਨੋਂ ਸਮਾਜ ਲਈ ਬਹੁਤ ਮਹੱਤਵਪੂਰਨ ਹੈ। ਸੋ ਜੇਕਰ ਵਿਆਹ ਦੀ ਸੰਸਥਾ ਨਾ ਹੁੰਦੀ ਤਾਂ ਸਮਾਜ ਵਿੱਚ ਹਰ ਪਾਸੇ ਅਨੈਤਿਕਤਾ ਵੱਧ ਜਾਣੀ ਸੀ ਜਾਂ ਅਨੈਤਿਕਤਾ ਦਾ ਬੋਲਬਾਲਾ ਹੋਣਾ ਸੀ। ਜਿਵੇਂ ਉਦਾਹਰਨ ਦੇ ਵਜੋਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਇਸ ਵਿੱਚ ਦੱਸ ਚੁੱਕੀ ਹਾਂ ਕਿ ਜੇ ਵਿਆਹ ਦੀ ਸੰਸਥਾ ਨਾ ਹੁੰਦੀ ਤਾਂ ਜ਼ਿੰਮੇਵਾਰੀ, ਅਹੁਦੇ ਜਾਂ ਫਿਰ ਆਪਣੇ ਕਰਤੱਵ ਨੂੰ ਨਿਭਾਉਣਾ, ਇਹ ਸਾਰੀਆਂ ਚੀਜ਼ਾਂ ਬਹੁਤ ਹੀ ਕਠਿਨ ਹੋ ਜਾਂਦੀਆਂ। ਇਸ ਕਰਕੇ ਵਿਆਹ ਦੇ ਨਾਲ ਹੀ ਸਮਾਜ ਦੀ ਨਿਰੰਤਰਤਾ ਕਾਇਮ ਰਹਿੰਦੀ ਹੈ। ਨਿਰੰਤਰਤਾ ਕਾਇਮ ਰੱਖਣ ਦਾ ਮਤਲਬ ਕਿ ਜੇ ਸਮਾਜ ਦੇ ਵਿੱਚ ਪਤੀ ਇੱਕ ਪੁਰਸ਼ ਜਾਂ ਇੱਕ ਔਰਤ ਪਤਨੀ ਵਜੋਂ ਉਹ ਅਖਵਾਏ ਜਾਣਗੇ, ਉਹਨਾਂ ਦੁਆਰਾ ਜੋ ਇੱਕ ਸੰਤਾਨ ਪੈਦਾ ਹੋਏਗੀ ਉਸਨੂੰ ਵੀ ਸਮਾਜ ਦੇ ਵਿੱਚ ਸਹੀ ਦਿਸ਼ਾ ਦੇ ਵਿੱਚ ਜਾਂ ਸਹੀ ਨਿਗਾਹ ਨਾਲ ਦੇਖਿਆ ਜਾਏਗਾ, ਤੇ ਉਹ ਅੱਗੇ ਜਾ ਕੇ ਉਹਨਾਂ ਦਾ ਵੀ ਵਿਕਾਸ ਹੋਏਗਾ, ਕਿਉਂਕਿ ਉਹਨਾਂ ਦੇ ਪਿੱਛੇ ਉਹਨਾਂ ਦੇ ਮਾਤਾ ਪਿਤਾ ਹੋਣਗੇ ਜਾਂ ਹੋਰ ਸਮਾਜ ਦੇ ਵਿੱਚ ਉਹ ਪ੍ਰਵਾਨ ਕੀਤਾ ਗਿਆ ਰਿਸ਼ਤਾ ਜਾਂ ਸੰਬੰਧ ਹੋਏਗਾ। ਇਸ ਕਰਕੇ ਨਿਰੰਤਰਤਾ ਬਣੀ ਰਹਿੰਦੀ ਹੈ। ਇਸ ਤੋਂ ਬਾਅਦ ਅੱਗੇ ਦੇਖਾਂਗੇ ਕਿ ਕੁਝ ਵਿਸ਼ੇਸ਼ਤਾਵਾਂ ਪਾਈਆਂ ਜਾ ਰਹੀਆਂ ਵਿਆਹ ਦੀ ਸੰਸਥਾ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਇਹ ਕਿ ਇਹ ਇੱਕ ਸਰਵ ਵਿਆਪਕ ਸੰਸਥਾ ਹੈ, ਇੱਕ ਯੂਨੀਵਰਸਲ ਸੰਸਥਾ ਹੈ। ਸਰਵ ਵਿਆਪਕ ਦਾ ਮਤਲਬ ਕਿ ਹਰ ਇੱਕ ਪਾਸੇ ਪਾਈ ਜਾ ਰਹੀ ਹੈ, ਹਰ ਇੱਕ ਕਾਲ ਦੇ ਵਿੱਚ ਵਿਆਹ ਦੀ ਸੰਸਥਾ ਪਾਈ ਜਾਂਦੀ ਹੈ, ਤੇ ਹਰ ਇੱਕ ਕਾਲ ਦੇ ਨਾਲ ਨਾਲ, ਭਾਵੇਂ ਪ੍ਰਾਚੀਨ ਕਾਲ ਹੈ, ਅੱਜ ਦਾ ਆਧੁਨਿਕ ਯੁੱਗ ਹੈ ਜਾਂ ਆਉਣ ਵਾਲੇ ਅੱਗੇ 50 ਸਾਲ, ਇਹ ਸੰਸਥਾ ਏਦਾਂ ਹੀ ਦੇਖਣ ਨੂੰ ਮਿਲੇਗੀ, ਜੋ ਸਮਾਜ ਦੁਆਰਾ ਪ੍ਰਵਾਨਿਤ ਕੀਤੀ ਗਈ ਹੋਏਗੀ। ਸਮਾਜ ਇਸ ਨੂੰ ਪ੍ਰਵਾਨਗੀ ਦੇਏਗਾ ਤੇ ਹੌਲੀ ਹੌਲੀ ਇਹ ਸੰਸਥਾ ਅੱਗੇ ਹੋਰ ਸੰਸਥਾਵਾਂ ਨੂੰ ਆਪਣੇ ਨਾਲ ਜੋੜਦੀ ਜਾਏਗੀ, ਕਿਉਂਕਿ ਪਰਿਵਾਰ ਜਾਂ ਜੋ ਕਹਿ ਸਕਦੇ ਹਾਂ ਕਿ ਵਿਆਹ ਦੇ ਵਿੱਚ ਨਿਰੰਤਰਤਾ ਪ੍ਰਦਾਨ ਕੀਤੀ ਜਾਂਦੀ ਹੈ ਲੋਕਾਂ ਨੂੰ, ਕਿਉਂਕਿ ਜੇ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਦੂਸਰੇ ਦੇ ਨਾਲ ਬਿਨਾਂ ਵਿਆਹ ਦੇ ਨਾਲ ਸਮਾਜ ਦੇ ਵਿੱਚ ਰਹਿ ਕੇ ਜੇ ਉਹ ਸੰਬੰਧ ਬਣਾਏਗਾ ਤਾਂ ਉਸ ਸੰਬੰਧਾਂ ਨੂੰ ਗੈਰ ਕਾਨੂੰਨੀ ਸੰਬੰਧ ਇਕਰਾਰ ਦਿੱਤਾ ਜਾਏਗਾ। ਇਸ ਕਰਕੇ ਉਹ ਗੈਰ ਕਾਨੂੰਨੀ ਸੰਬੰਧਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਮੰਨਣ ਦੇ ਵਾਸਤੇ ਜਾਂ ਉਹਨੂੰ ਲੈ ਕੇ ਜਾਣ ਲਈ ਇਹ ਜੋ ਸੰਸਥਾ ਹੈ ਵਿਆਹ ਦੀ, ਇਹ ਬਹੁਤ ਜ਼ਰੂਰੀ ਹੈ।
ਸੋ ਅੱਗੇ ਹੈ ਸਮਾਜਿਕ ਮਨਜ਼ੂਰੀ। ਸਮਾਜ ਦੇ ਵਿੱਚ ਰਹਿ ਕੇ ਇੱਕ ਪਤੀ ਜਾਂ ਪਤਨੀ ਨੂੰ ਜਾਂ ਇੱਕ ਪੁरुष ਜਾਂ ਇਸਤਰੀ ਨੂੰ ਮਨਜ਼ੂਰੀ ਕੌਣ ਦੇ ਰਿਹਾ ਹੈ? ਜੋ ਇਹ ਵਿਆਹ ਦੀ ਸੰਸਥਾ ਹੈ। ਸੰਸਥਾ ਦਾ ਵਿਕਾਸ, ਇੱਕ ਸੰਸਥਾ ਦੇ ਨਾਲ ਦੂਸਰੀ ਸੰਸਥਾ ਦਾ ਵਿਕਾਸ ਹੋ ਰਿਹਾ ਹੈ। ਜਿਵੇਂ ਜਾਂ ਉਦਾਹਰਨ ਦੇ ਤੌਰ ਤੇ ਪਰਿਵਾਰ ਵੀ ਇੱਕ ਸੰਸਥਾ ਹੈ, ਉਵੇਂ ਹੀ ਵਿਆਹ ਇੱਕ ਸੰਸਥਾ ਹੈ। ਵਿਆਹ ਦੀ ਸੰਸਥਾ ਦੇ ਨਾਲ ਪਰਿਵਾਰ ਦਾ ਜਨਮ ਹੋ ਰਿਹਾ ਹੈ, ਇੱਕ ਬੱਚਾ ਪੈਦਾ ਹੋ ਰਿਹਾ ਹੈ। ਸੋ ਇੱਕ ਜੋ ਪਤੀ ਜਾਂ ਪਤਨੀ ਹੈ ਉਹ ਅੱਗੇ ਚੱਲ ਕੇ ਮਾਤਾ ਜਾਂ ਪਿਤਾ ਦਾ ਅਹੁਦਾ ਸੰਭਾਲਣਗੇ ਤੇ ਉਹ ਆਪਣੇ ਬੱਚੇ ਦੀ ਦੇਖਭਾਲ ਕਰਨਗੇ, ਉਸ ਦੀ ਪਰਵਰਿਸ਼ ਕਰਨਗੇ ਤੇ ਸਮਾਜੀਕਰਨ ਦੇ ਵਿੱਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਢੰਗ ਨਾਲ ਇਹ ਕਹਿ ਸਕਦੇ ਹਾਂ ਕਿ ਜੋ ਵਿਆਹ ਹੈ ਉਹ ਇੱਕ ਹੋਰ ਸੰਸਥਾ ਨੂੰ ਜਨਮ ਦੇ ਰਹੀ ਹੈ ਜਾਂ ਇੱਕ ਹੋਰ ਸੰਸਥਾ ਦਾ ਵਿਕਾਸ ਹੋ ਰਿਹਾ ਹੈ ਸਮਾਜ ਦੇ ਵਿੱਚ। ਸਮਾਜਿਕ ਸਥਿਤੀ ਪ੍ਰਦਾਨ ਕਰਦੀ ਹੈ, ਸਮਾਜ ਦੇ ਵਿੱਚ ਸਥਿਤੀ ਪ੍ਰਦਾਨ ਕਰਦੀ। ਹੁਣ ਸਥਿਤੀ ਕੀ ਹੈ? ਹਰ ਇੱਕ ਵਿਅਕਤੀ ਦੀ ਸਮਾਜ ਦੇ ਵਿੱਚ ਕੋਈ ਨਾ ਕੋਈ ਸਥਿਤੀ ਹੁੰਦੀ ਹੈ, ਜਿਸ ਨੂੰ ਆਪਾਂ ਪੋਜੀਸ਼ਨ ਬੋਲ ਸਕਦੇ ਹੋ, ਸਟੇਟਸ ਕਹਿ ਸਕਦੇ ਹੋ। ਸੋ ਹਰ ਇੱਕ ਵਿਅਕਤੀ ਆਪਣੀ ਸਥਿਤੀ ਦੇ ਅਨੁਸਾਰ ਆਪਣੀ ਭੂਮਿਕਾ ਨੂੰ ਨਿਭਾ ਰਿਹਾ ਹੈ ਤੇ ਆਪਣੀ ਸਥਿਤੀ ਉਸਨੂੰ ਕਿਵੇਂ ਮਿਲੇਗੀ? ਜਦੋਂ ਇੱਕ ਸੰਸਥਾ ਦਾ ਹਿੱਸਾ ਬਣੇਗਾ ਤੇ ਉਸ ਸੰਸਥਾ ਦੇ ਵਿੱਚ ਜੋ ਉਹ ਕੰਮ ਕਰੇਗਾ ਉਸ ਦੇ ਅਨੁਸਾਰ ਉਸ ਵਿਅਕਤੀ ਨੂੰ ਉਹਦੀ ਸਥਿਤੀ ਮਿਲ ਜਾਏਗੀ। ਸੋ ਸਮਾਜ ਦੇ ਵਿੱਚ ਸਥਿਤੀ ਕੌਣ ਪ੍ਰਦਾਨ ਕਰ ਰਿਹਾ ਹੈ? ਵਿਆਹ। ਕਿਉਂਕਿ ਜਦ ਇੱਕ ਪੁरुष ਅਤੇ ਔਰਤ ਉਸ ਦੋਨਾਂ ਦਾ ਸਮਾਜਿਕ ਤੌਰ ਤੇ ਮੇਲ ਹੋਏਗਾ, ਉਹ ਪਤੀ ਪਤਨੀ ਵਜੋਂ ਖਵਾਏ ਜਾਣਗੇ। ਸੋ ਪਤੀ ਹੋਣਾ ਜਾਂ ਪਤਨੀ ਹੋਣਾ ਇਹ ਇੱਕ ਸਥਿਤੀ ਹੋ ਜਾਏਗੀ ਤੇ ਉਸ ਤੋਂ ਬਾਅਦ ਜਦ ਬੱਚੇ ਹੋਣਗੇ, ਬੱਚੇ ਪੈਦਾ ਹੋਣਗੇ, ਤਦ ਉਹ ਉਵੇਂ ਹੀ ਮਾਤਾ ਜਾਂ ਪਿਤਾ ਦਾ ਅਹੁਦਾ ਸੰਭਾਲਣਗੇ। ਇਸ ਢੰਗ ਨਾਲ ਕਹਿ ਸਕਦੇ ਹਾਂ ਕਿ ਸਮਾਜਿਕ ਸਥਿਤੀ ਪ੍ਰਦਾਨ ਕੌਣ ਕਰਦਾ ਹੈ? ਵਿਆਹ ਦੀ ਸੰਸਥਾ। ਅੱਗੇ ਹੈ ਸਮਾਜਿਕ ਇਕਰਾਰਨਾਮਾ। ਹੁਣ ਇਕਰਾਰਨਾਮੇ ਦਾ ਵੀ ਇਹੀ ਮਤਲਬ ਹੈ ਕਿ ਸਮਾਜ ਦੇ ਉੱਤੇ ਲੋਕਾਂ ਨੂੰ ਮਨਜ਼ੂਰੀ ਮਿਲ ਗਈ ਹੈ ਕਿ ਉਹ ਵਿਆਹ ਕਰਵਾ ਸਕਦੇ ਜਾਂ ਉਹ ਵਿਆਹ ਸਮਾਜਿਕ ਤੌਰ ਉੱਤੇ ਸੋਸ਼ਲ ਸੈਂਕਸ਼ਨ ਹੁੰਦਾ ਹੈ, ਸਮਾਜਿਕ ਤੌਰ ਉੱਤੇ ਉਸ ਨੂੰ ਪ੍ਰਵਾਨਗੀ ਮਿਲੀ ਹੋਈ ਹੁੰਦੀ ਹੈ। ਕਿਉਂਕਿ ਵੱਖ-ਵੱਖ ਲੋਕ ਅਲੱਗ-ਅਲੱਗ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ, ਅਲੱਗ-ਅਲੱਗ ਧਰਮਾਂ ਦੇ ਵਿੱਚ, ਅਲੱਗ-ਅਲੱਗ ਸੰਸਕ੍ਰਿਤੀਆਂ ਦੇ ਵਿੱਚ ਜੋ ਵਿਆਹ ਦੇ ਰੀਤੀ ਰਿਵਾਜ ਹੈ ਉਹ ਆਪਣੇ ਢੰਗ ਦੇ ਨਾਲ ਹੁੰਦੇ ਹੈ। ਸੋ ਜਿੱਥੇ ਵੱਧ ਤੋਂ ਵੱਧ ਲੋਕ ਇਕੱਠੇ ਹੋ ਕੇ ਦੋ ਵਿਅਕਤੀਆਂ ਨੂੰ ਜਾਂ ਇੱਕ ਪੁरुष ਤੇ ਇੱਕ ਔਰਤ ਨੂੰ ਪ੍ਰਵਾਨਗੀ ਦੇ ਰਹੇ ਹਨ, ਉਹਨਾਂ ਨੂੰ ਇਕਰਾਰਨਾਮਾ ਦੇ ਰਹੇ ਹਨ ਕਿ ਹਾਂ ਉਹ ਹੁਣ ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁੱਕੇ ਹਨ, ਉਹ ਪਤੀ ਪਤਨੀ ਵਜੋਂ ਜਾਣੇ ਜਾਣਗੇ। ਸੋ ਇਹੀ ਇੱਕ ਤਰ੍ਹਾਂ ਦਾ ਇਕਰਾਰਨਾਮਾ ਹੋਏਗਾ ਜੋ ਸਮਾਜਿਕ ਤੌਰ ਉੱਤੇ ਦੇਖਣ ਨੂੰ ਮਿਲੇਗਾ। ਵੱਖ-ਵੱਖ ਸਮਾਜਾਂ ਵਿੱਚ ਵੱਖ-ਵੱਖ ਕਿਸਮਾਂ। ਵੱਖ-ਵੱਖ ਸਮਾਜ, ਜਿਵੇਂ ਸਮਾਜ ਆਪਣਾ ਜੇ ਦੇਖਿਆ ਜਾਵੇ ਤਾਂ ਤਿੰਨ ਤਰ੍ਹਾਂ ਦਾ ਹੈ। ਇੱਕ ਉਹ ਲੋਕ ਜੋ ਪਿੰਡਾਂ ਵਿੱਚ ਰਹਿ ਰਹੇ ਹਨ, ਜਿਸ ਨੂੰ ਪੇਂਡੂ ਸਮਾਜ ਕਿਹਾ ਜਾਏਗਾ। ਦੂਸਰਾ ਕਬਾਇਲੀ ਸਮਾਜ ਔਰ ਤੀਸਰਾ ਸ਼ਹਿਰੀ ਸਮਾਜ। ਅਰਬਨ ਸੁਸਾਇਟੀ, ਰੂਰਲ ਸੁਸਾਇਟੀ ਐਂਡ ਟ੍ਰਾਈਬਲ ਸੁਸਾਇਟੀ। ਸੋ ਵੱਖ-ਵੱਖ ਸਮਾਜਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ। ਜਿਵੇਂ ਜੇ ਅਰੇਂਜ ਮੈਰਿਜ ਦੀ ਗੱਲ ਕਰਦੇ ਹਾਂ ਤਾਂ ਉਹ ਜ਼ਿਆਦਾਤਰ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇੰਟਰਕਾਸਟ ਮੈਰਿਜਸ ਜਾਂ ਲਵ ਮੈਰਿਜਸ ਸ਼ਹਿਰਾਂ ਦੇ ਵਿੱਚ, ਸ਼ਹਿਰੀ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਜਾਂ ਹੋਰ ਕਈ ਤਰ੍ਹਾਂ ਦੀਆਂ ਵਿਭਿੰਨ ਕਿਸਮਾਂ ਹੈ ਜੋ ਆਪਾਂ ਅੱਗੇ ਇਸ ਟੌਪਿਕ ਦੇ ਵਿੱਚ ਹੀ ਵਰਣਨ ਕਰਾਂਗੇ। ਸੋ ਇੱਥੇ ਇਹ ਦੇਖਣ ਨੂੰ ਮਿਲਦਾ ਹੈ ਕਿ ਭਾਵੇਂ ਅਲੱਗ-ਅਲੱਗ ਸਮਾਜ ਹੈ, ਸੋ ਉੱਥੇ ਅਲੱਗ-ਅਲੱਗ ਕਿਸਮਾਂ ਹੀ ਵਿਆਹ ਦੀਆਂ ਦੇਖਣ ਨੂੰ ਮਿਲਣਗੀਆਂ ਔਰ ਹਰ ਇੱਕ ਵਿਅਕਤੀ ਆਪਣੇ ਰੀਤੀ ਰਿਵਾਜ਼ਾਂ ਦੇ ਅਨੁਸਾਰ, ਆਪਣੇ ਧਰਮ, ਆਪਣੀ ਸੰਸਕ੍ਰਿਤੀ ਦੇ ਅਨੁਸਾਰ ਉਹ ਉਸ ਰੀਤੀ ਰਿਵਾਜ ਨੂੰ ਜਾਂ ਉਸ ਵਿਆਹ ਦੀ ਸੰਸਥਾ ਨੂੰ ਉਦਾਂ ਹੀ ਨਿਭਾਏਗਾ। ਕਾਨੂੰਨੀ ਮਨਜ਼ੂਰੀ। ਕਾਨੂੰਨੀ ਤੌਰ ਉੱਤੇ ਵੀ ਮਨਜ਼ੂਰੀ ਦਿੱਤੀ ਗਈ ਹੈ। ਕਿਸ ਨੂੰ ਦਿੱਤੀ ਗਈ ਹੈ? ਵਿਆਹ ਦੀ ਸੰਸਥਾ ਦੇ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਜੋ ਪਤੀ ਪਤਨੀ ਵਜੋਂ ਖਵਾਏ ਜਾਣਗੇ, ਉਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਮਨਜ਼ੂਰੀ ਮਿਲ ਜਾਂਦੀ ਹੈ ਕਿ ਉਹ ਬੱਚੇ ਪੈਦਾ ਕਰਨ ਦੇ ਯੋਗ ਹਨ ਜਾਂ ਫਿਰ ਉਹ ਅੱਗੇ ਜਾ ਕੇ ਬੱਚੇ ਪੈਦਾ ਕਰ ਸਕਦੇ ਹਨ। ਇਸ ਤੋਂ ਬਾਅਦ ਵਿਆਹ ਦੇ ਉਦੇਸ਼। ਹਰ ਇੱਕ ਚੀਜ਼ ਦੇ ਵਿੱਚ ਜ਼ਰੂਰੀ ਹੈ ਕਿ ਉਸ ਕਿਸੇ ਵੀ ਸੰਸਥਾ ਦਾ ਕੀ ਉਦੇਸ਼ ਹੈ। ਹੁਣ ਵਿਆਹ ਦੇ ਉਦੇਸ਼ ਕੀ ਹੋਣਗੇ? ਸਭ ਤੋਂ ਪਹਿਲਾਂ ਤਾਂ ਕਿ ਪਰਿਵਾਰ ਦਾ ਵਿਕਾਸ ਹੋ ਰਿਹਾ ਹੈ, ਕਿਉਂਕਿ ਇੱਕ ਜੋ ਸੰਸਥਾ ਹੈ ਵਿਆਹ, ਉਸ ਤੋਂ ਬਾਅਦ ਅੱਗੇ ਪਰਿਵਾਰ ਦਾ ਜਨਮ ਹੁੰਦਾ ਹੈ। ਇਸ ਦਾ ਮਤਲਬ ਕਿ ਇਹ ਜੋ ਵਿਆਹ ਹੈ ਉਹੀ ਪਰਿਵਾਰ ਨਾਮ ਦੀ ਸੰਸਥਾ ਦੀ ਨੀਂਹ ਰੱਖਦਾ ਹੈ। ਇਸ ਕਰਕੇ ਪਤੀ ਪਤਨੀ ਜਦ ਮਾਤਾ ਪਿਤਾ ਬਣਨਗੇ ਤਦ ਇੱਕ ਪਰਿਵਾਰ ਦਾ ਜਨਮ ਹੋਏਗਾ, ਤਦ ਇੱਕ ਨਵੀਂ ਸੰਸਥਾ ਦਾ ਜਨਮ ਹੋਏਗਾ ਤੇ ਉਸਦਾ ਵਿਕਾਸ ਹੋਏਗਾ। ਸਮਾਜ ਦੀ ਸਥਿਰਤਾ। ਹੁਣ ਸਮਾਜ ਨੂੰ ਇੱਕ ਸਟੇਬਲ ਰੱਖਣ ਲਈ, ਇੱਕ ਸਥਿਰ ਰੱਖਣ ਲਈ ਜ਼ਰੂਰੀ ਹੈ ਕਿ ਹਰ ਇੱਕ ਸੰਸਥਾ ਦਾ ਹੋਣਾ ਇੱਥੇ ਜ਼ਰੂਰੀ ਹੈ ਤੇ ਉਸਦੇ ਵਿੱਚੋਂ ਵਿਆਹ ਇੱਕ ਅਜਿਹੀ ਸੰਸਥਾ ਹੈ ਜਿਸ ਦੇ ਨਾਲ ਸਮਾਜ ਦੇ ਵਿੱਚ ਨਿਰੰਤਰਤਾ ਬਣਦੀ ਰਹੇਗੀ, ਸਮਾਜ ਇੱਕ ਕੰਟੀਨਿਊਟੀ ਲੈਵਲ ਦੇ ਉੱਤੇ ਚੱਲਦਾ ਰਹੇਗਾ। ਸੀਮਾ ਦੇ ਅੰਦਰ ਜਿਨਸੀ ਸੰਬੰਧ ਜਾਂ ਯੌਨ ਸੰਬੰਧ, ਲੈਂਗਿਕ ਸੰਬੰਧ ਤੁਸੀਂ ਬੋਲ ਸਕਦੇ ਹੋ। ਸੋ ਇੱਕ ਲਿਮਿਟਸ ਦੇ ਵਿੱਚ ਰੱਖਣਾ, ਇੱਕ ਸੀਮਾ ਦੇ ਵਿੱਚ ਰੱਖਣਾ ਵੀ ਇੱਕ ਮੁੱਖ ਉਦੇਸ਼ ਹੈ ਵਿਆਹ ਦੀ ਸੰਸਥਾ ਦਾ। ਬੱਚਿਆਂ ਦੀ ਪਰਵਰਿਸ਼।
ਜਿਵੇਂ ਇਹ ਚੀਜ਼ ਪਹਿਲਾਂ ਵੀ ਦੱਸੀ ਗਈ ਹੈ ਕਿ ਪ੍ਰਾਚੀਨ ਸਮੇਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਸੀ ਕਿ ਵਿਆਹ ਦੀ ਸੰਸਥਾ ਤੋਂ ਬਿਨਾਂ ਹੀ ਬੱਚੇ ਪੈਦਾ ਹੋ ਰਹੇ ਸੀ ਤੇ ਉਹਨਾਂ ਦੀ ਪਰਵਰਿਸ਼, ਉਸ ਬੱਚਿਆਂ ਦੀ ਜ਼ਿੰਮੇਵਾਰੀ ਲੈਣ ਦਾ ਜੋ ਅਧਿਕਾਰ ਸੀ ਉਹ ਲੋਕ ਆਪਣੇ ਉੱਤੇ ਨਹੀਂ ਸੀ ਪਾਉਂਦੇ। ਕਿਉਂ? ਕਿਉਂਕਿ ਉੱਥੇ ਉਸ ਟਾਈਮ ਵਿਆਹ ਦੀ ਸੰਸਥਾ ਜ਼ਿਆਦਾ ਦੇਖਣ ਨੂੰ ਨਹੀਂ ਸੀ ਮਿਲਦੀ। ਇਸੇ ਕਰਕੇ ਇਹੀ ਜੋ ਇੱਕ ਰੀਜ਼ਨ ਹੈ ਜਿਸ ਦੇ ਕਾਰਨ ਵਿਆਹ ਦੀ ਸੰਸਥਾ ਨੂੰ ਸਮਾਜਿਕ ਤੌਰ ਤੇ ਮਾਨਤਾ ਮਿਲਣ ਲੱਗੀ ਤੇ ਹੁਣ ਬੱਚਿਆਂ ਦੀ ਪਰਵਰਿਸ਼ ਵੀ ਸਹੀ ਢੰਗ ਨਾਲ ਹੋਣ ਲੱਗੀ, ਕਿਉਂਕਿ ਉਹਨਾਂ ਦੇ ਕੋਲ ਉਹਨਾਂ ਦੇ ਮਾਤਾ ਪਿਤਾ ਸਨ ਜੋ ਹਰ ਇੱਕ ਤਰ੍ਹਾਂ ਦੇ ਵਿੱਚ ਵਿਅਕਤੀ ਹਰ ਇੱਕ ਲੈਵਲ ਦੇ ਉੱਤੇ ਉਹ ਸਮਾਜ ਦੇ ਵਿੱਚ ਬੱਚਿਆਂ ਦੀ ਪਰਵਰਿਸ਼ ਕਰੇਗਾ, ਉਹਨਾਂ ਦੀ ਦੇਖਭਾਲ ਕਰੇਗਾ, ਉਹਨਾਂ ਨੂੰ ਹਰ ਇੱਕ ਚੀਜ਼ ਮੁਹੱਈਆ ਕਰਵਾਏਗਾ ਤੇ ਨਾਲ ਨਾਲ ਸਮਾਜੀਕਰਨ ਵੀ ਸਮਾਜ ਦੇ ਵਿੱਚ ਕਰੇਗਾ। ਜਾਇਦਾਦ ਦੀ ਸੁਰੱਖਿਆ ਦੇ ਵਿੱਚ ਮਦਦ ਕਰਨਾ। ਹੁਣ ਜਾਇਦਾਦ ਦੀ ਸੁਰੱਖਿਆ ਜਾਂ ਜਾਇਦਾਦ ਪ੍ਰੋਪਰਟੀ ਹੈ ਉਹਦੇ ਰਾਈਟਸ ਵੀ ਜਾਂ ਉਸ ਨੂੰ ਸਿਕਿਉਰ ਕਰਕੇ ਰੱਖਣਾ ਵੀ ਇੱਕ ਵਿਆਹ ਦੀ ਸੰਸਥਾ ਦਾ ਹੀ ਮਹੱਤਵਪੂਰਨ ਅੰਗ ਹੋ ਜਾਂਦਾ ਹੈ ਜਾਂ ਉਸਦਾ ਮੁੱਖ ਉਦੇਸ਼। ਸੱਭਿਆਚਾਰ ਨੂੰ ਸੰਭਾਲਣ ਵਿੱਚ ਮਦਦ ਕਰਦਾ ਹੈ। ਸੋ ਵਿਆਹ ਇੱਕ ਐਦਾਂ ਦੀ ਸੰਸਥਾ ਹੈ ਜਿਸ ਦੇ ਵਿੱਚ ਰੀਤੀ ਰਿਵਾਜ, ਪਰੰਪਰਾਵਾਂ, ਪੁਜਾਰੀ ਦਾ ਮਹੱਤਵ, ਜੇ ਹਿੰਦੂ ਸਮਾਜ ਦੇ ਅਨੁਸਾਰ ਦੇਖੀਏ ਸੰਧੂਰ ਦਾ ਮਹੱਤਵ, ਇਹ ਸਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ। ਸੋ ਇੱਕ ਸੱਭਿਆਚਾਰ ਦੇ ਵਿੱਚ, ਇੱਕ ਸੰਸਕ੍ਰਿਤੀ ਦੇ ਵਿੱਚ ਆ ਕੇ ਜਾਂ ਉਸਦੇ ਵਿੱਚ ਰਹਿ ਕੇ ਉਸ ਸੰਸਥਾ ਦੇ ਰੀਤੀ ਰਿਵਾਜਾਂ ਨੂੰ ਫੋਲੋ ਕਰਨਾ, ਉਸਦੇ ਨਿਯਮਾਂ ਨੂੰ ਨਿਭਾਉਣਾ ਹੀ ਇੱਕ ਮਹੱਤਵ ਜਾਂ ਇੱਕ ਜ਼ਰੂਰੀ ਚੀਜ਼ ਹੋ ਜਾਂਦੀ ਹੈ। ਇਸ ਕਰਕੇ ਵਿਆਹ ਦਾ ਇੱਕ ਮੁੱਖ ਉਦੇਸ਼ ਕੀ ਹੈ ਕਿ ਆਪਣੀ ਸੰਸਕ੍ਰਿਤੀ ਦੇ ਵਿੱਚ ਰਹਿ ਕੇ ਉਸ ਸੰਸਥਾ ਦੇ ਰੀਤੀ ਰਿਵਾਜਾਂ ਨੂੰ ਚੰਗੇ ਢੰਗ ਦੇ ਨਾਲ ਨਿਭਾਉਣਾ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਚੀਜ਼ਾਂ ਨੂੰ ਸੌਂਪਣਾ। ਕਿਉਂਕਿ ਜੇ ਕੋਈ ਵੀ ਵਿਆਹ ਰੀਤੀ ਰਿਵਾਜ, ਜਿਵੇਂ ਹੁਣ ਜੇ ਆਪਾਂ ਸਾਰੇ ਆਪਣੇ ਆਪ ਨੂੰ ਇਸ ਸਮਾਜ ਦੇ ਵਿੱਚ ਰੱਖ ਕੇ ਐਗਜ਼ਾਮਪਲ ਲੈ ਕੇ ਦੇਖੀਏ ਤਾਂ ਕਹਾਂਗੇ ਕਿ ਜੋ ਚੀਜ਼ਾਂ ਆਪਾਂ ਆਪਣੇ ਮਾਤਾ ਪਿਤਾ ਤੋਂ ਸਿੱਖਦੇ ਹਾਂ ਕਿ ਕਿਸੇ ਦੇ ਜਨਮ ਵੇਲੇ ਕੀ ਰੀਤੀ ਰਿਵਾਜ ਹੋਣਗੇ, ਕਿਸੇ ਦੇ ਵਿਆਹ ਵੇਲੇ ਜਾਂ ਮੌਤ ਵੇਲੇ ਜੋ ਵੀ ਰੀਤੀ ਰਿਵਾਜ, ਜੋ ਵੀ ਚੀਜ਼ਾਂ ਪਰਫਾਰਮ ਕੀਤੀਆਂ ਜਾਂਦੀਆਂ, ਉਹੀ ਚੀਜ਼ਾਂ ਇੱਕ ਵਿਅਕਤੀ ਸਿੱਖਦਾ ਹੈ ਆਪਣੇ ਪੂਰਵਜਾਂ ਤੋਂ, ਆਪਣੇ ਪੇਰੈਂਟਸ ਤੋਂ ਤੇ ਅੱਗੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਆਪਣੇ ਬੱਚਿਆਂ ਨੂੰ ਉਹੀ ਚੀਜ਼ਾਂ ਸੌਂਪੀਆਂ ਜਾਂਦੀਆਂ। ਸੌਂਪੀਆਂ ਜਾਣ ਦਾ ਮਤਲਬ ਕਿ ਉਹ ਚੀਜ਼ਾਂ ਸਿਖਾਈਆਂ ਜਾਂਦੀਆਂ। ਇਸ ਕਰਕੇ ਜੋ ਸੱਭਿਆਚਾਰ ਦੇ ਵਿੱਚ ਰਹਿ ਕੇ ਉਹ ਚੀਜ਼ਾਂ ਨੂੰ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਤੱਕ ਸੌਂਪਣਾ ਹੀ ਇੱਕ ਵਿਆਹ ਦਾ ਮੁੱਖ ਉਦੇਸ਼ ਹੋ ਜਾਂਦਾ ਹੈ। ਇਸ ਕਰਕੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਣਾ ਜਾਂ ਸੰਭਾਲਣ ਦੇ ਵਿੱਚ ਵਿਆਹ ਦੀ ਸੰਸਥਾ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਤੋਂ ਅੱਗੇ ਕਿ ਸਮਾਜਿਕ ਸੰਬੰਧਾਂ ਨੂੰ ਕੰਟਰੋਲ ਕਰਨ ਲਈ ਸਮਾਜ ਦੇ ਵਿੱਚ ਜੋ ਸੰਬੰਧ ਹੋਣਗੇ, ਜੋ ਪਤੀ ਪਤਨੀ ਦੇ, ਜੋ ਇੱਕ ਪੁਰਸ਼ ਤੇ ਔਰਤ ਦੇ ਵਿੱਚ ਸੰਬੰਧ ਹੋਣਗੇ, ਉਹਨਾਂ ਦੇ ਉੱਤੇ ਨਿਯੰਤਰਣ ਰੱਖਣਾ, ਕਿਉਂਕਿ ਨਿਯੰਤਰਣ ਬਹੁਤ ਹੀ ਜ਼ਰੂਰੀ ਹੈ ਸਮਾਜ ਦੇ ਵਿੱਚ। ਹੁਣ ਸਮਾਜ ਦੇ ਵਿੱਚ ਨਿਯੰਤਰਣ ਕਿਉਂ ਜ਼ਰੂਰੀ ਹੈ? ਕਿਉਂਕਿ ਜੇ ਸਮਾਜ 'ਚ ਨਿਯੰਤਰਣ ਨਹੀਂ ਹੋਏਗਾ, ਕੰਟਰੋਲ ਨਹੀਂ ਹੋਏਗਾ ਤਾਂ ਸਮਾਜ ਦੇ ਵਿੱਚ ਅਰਾਜਕਤਾ ਫੈਲ ਜਾਏਗੀ, ਨੈਤਿਕਤਾ ਫੈਲ ਜਾਏਗੀ। ਇਸ ਕਰਕੇ ਇਹ ਜ਼ਰੂਰੀ ਹੈ। ਜਾਂ ਸਮਾਜ ਦੇ ਵਿੱਚ ਵਿਘਟਨ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਵਿਘਟਨ ਦੀ ਸਥਿਤੀ ਕੀ ਹੈ? ਡਿਸਆਰਗੇਨਾਈਜੇਸ਼ਨ, ਕਿ ਕੋਈ ਵੀ ਜੋ ਸੰਸਥਾ ਹੈ ਉਹ ਡਿਸਆਰਗੇਨਾਈਜ਼ਡ ਹੋ ਜਾਂਦੀ ਹੈ। ਉਹ ਉਸਦੇ ਵਿੱਚ ਕੀ ਹੈ, ਕੋਈ ਏਦਾਂ ਦੀਆਂ ਰੁਕਾਵਟਾਂ ਆ ਜਾਂਦੀਆਂ ਹਨ ਜਾਂ ਕੋਈ ਏਦਾਂ ਦੀ ਸਮੱਸਿਆ ਆ ਜਾਂਦੀ ਹੈ ਕਿ ਉਹ ਵਿਅਕਤੀ ਉਸ ਸੰਸਥਾ ਦੇ ਵਿੱਚ ਕੰਟਰੋਲ ਪ੍ਰੋਪਰਲੀ ਨਹੀਂ ਰੱਖ ਪਾਉਂਦਾ। ਇਸ ਕਰਕੇ ਇਹ ਜ਼ਰੂਰੀ ਹੈ ਕਿ ਸਮਾਜਿਕ ਸੰਬੰਧਾਂ ਨੂੰ ਕੰਟਰੋਲ ਕੀਤਾ ਜਾਵੇ, ਔਰ ਇਹ ਕੰਟਰੋਲ ਕੌਣ ਕਰ ਸਕਦਾ ਹੈ? ਵਿਆਹ ਦੀ ਸੰਸਥਾ। ਇਸ ਤੋਂ ਬਾਅਦ ਵਿਆਹ ਦੇ ਮਹੱਤਵ ਕੀ ਇੰਪੋਰਟੈਂਸ ਕੀ ਹੈ ਮੈਰਿਜ ਦੀ। ਸਭ ਤੋਂ ਪਹਿਲਾਂ ਤਾਂ ਵਿਆਹ ਦਾ ਇਹ ਮਹੱਤਵ ਹੈ ਕਿ ਪੁਰਸ਼ ਤੇ ਔਰਤ ਜਦੋਂ ਉਹਨਾਂ ਦਾ ਸਮਾਜਿਕ ਤੌਰ ਉੱਤੇ ਮੇਲ ਹੁੰਦਾ ਹੈ, ਉਹ ਇੱਕ ਵਿਆਹ ਦੇ ਗਠਨ ਦੇ ਵਿੱਚ ਜਾਂ ਵਿਆਹ ਦੀ ਸੰਸਥਾ ਦੇ ਵਿੱਚ ਬੱਝ ਜਾਂਦੇ ਹਨ, ਤਾਂ ਉਸ ਤੋਂ ਬਾਅਦ ਪਰਿਵਾਰ ਦਾ ਗਠਨ ਹੁੰਦਾ ਹੈ। ਪਰਿਵਾਰ ਦਾ ਗਠਨ ਹੋਣ ਦਾ ਮਤਲਬ ਕਿ ਪਰਿਵਾਰ ਦੇਖਣ ਨੂੰ ਮਿਲਦਾ ਹੈ ਜਾਂ ਬੱਚੇ ਪੈਦਾ ਹੋਣ ਨਾਲ ਇੱਕ ਨਵੀਂ ਸੰਸਥਾ ਜਨਮ ਲੈਂਦੀ ਹੈ, ਜਿਸ ਦਾ ਨੀਂਹ ਕੌਣ ਰੱਖਦਾ ਹੈ? ਵਿਆਹ। ਸੋ ਸਮਾਜ ਦੀ ਹੋਂਦ ਲਈ, ਕਿਉਂਕਿ ਸਮਾਜ ਨੂੰ ਜੇ ਅੱਗੇ ਵਧਾਉਣ ਲਈ, ਸਮਾਜ ਨੂੰ ਇੱਕ ਨਿਰੰਤਰ ਤੌਰ ਦੇ ਉੱਤੇ ਰੱਖਣ ਲਈ ਜ਼ਰੂਰੀ ਹੈ ਕਿ ਵਿਆਹ ਦੀ ਸੰਸਥਾ ਜ਼ਰੂਰ ਹੋਵੇ। ਵਿਆਹ ਦੀ ਸੰਸਥਾ ਦਾ ਹੋਣ ਦਾ ਮਤਲਬ ਕਿ ਸਮਾਜ ਤਾਂ ਹੀ ਹੋਂਦ ਦੇ ਵਿੱਚ ਆਏਗਾ ਜਦੋਂ ਵੱਖ-ਵੱਖ ਲੋਕ ਇੱਕ ਦੂਸਰੇ ਦੇ ਨਾਲ ਮਿਲ ਕੇ ਇਸ ਸੰਸਥਾ ਨੂੰ ਅੱਗੇ ਚਲਾਉਣਗੇ। ਕਿਉਂਕਿ ਜੇ ਵਿਆਹ ਦੀ ਸੰਸਥਾ ਹੀ ਨਹੀਂ ਹੋਏਗੀ, ਇੱਕ ਦੋ ਵਿਅਕਤੀ ਆਪਸ ਦੇ ਵਿੱਚ ਸਮਾਜਿਕ ਤੌਰ ਉੱਤੇ ਸਰੀਰਕ ਸੰਬੰਧ ਹੀ ਨਹੀਂ ਰੱਖਣਗੇ, ਫਿਰ ਸੰਤਾਨ ਨਹੀਂ ਪੈਦਾ ਹੋਏਗੀ ਤੇ ਸਮਾਜ ਉੱਥੇ ਹੀ ਖਤਮ ਹੋ ਜਾਏਗਾ। ਸੋ ਸਮਾਜ ਨੂੰ ਅੱਗੇ ਚਲਾਉਣ ਲਈ ਜ਼ਰੂਰੀ ਹੈ ਕਿ ਸਮਾਜ ਦੇ ਵਿੱਚ ਜੋ ਵਿਆਹ ਦੀ ਸੰਸਥਾ ਹੈ ਉਸਨੂੰ ਸਹੀ ਮਾਇਨੇ ਦੇ ਵਿੱਚ, ਸਹੀ ਦਿਸ਼ਾ ਦੇ ਵਿੱਚ ਵਿਅਕਤੀਆਂ ਦੁਆਰਾ ਪ੍ਰਵਾਨ ਕੀਤਾ ਜਾਵੇ ਤੇ ਸਮਾਜ ਉਸਦੀ ਹਾਮੀ ਵੀ ਭਰਦਾ ਹੈ। ਕਿਉਂਕਿ ਜੋ ਵਿਆਹ ਹੈ ਉਹ ਇੱਕ ਤਰ੍ਹਾਂ ਦਾ
ਮਨੁੱਖੀ ਸਮਾਜ ਨੂੰ ਕਾਇਮ ਰੱਖਦਾ ਹੈ। ਹੁਣ ਮਨੁੱਖੀ ਸਮਾਜ ਨੂੰ ਕਾਇਮ ਰੱਖਣ ਦਾ ਮਤਲਬ, ਜਿਵੇਂ ਆਪਾਂ ਆਲਰੇਡੀ ਇਸ ਪੁਆਇੰਟ ਦੇ ਵਿੱਚ ਕਿਹਾ ਹੈ ਕਿ ਸਮਾਜ ਦੀ ਹੋਂਦ ਦੇ ਲਈ ਜ਼ਰੂਰੀ ਹੈ ਵਿਆਹ, ਉੱਦਾਂ ਹੀ ਮਨੁੱਖੀ ਸਮਾਜ ਨੂੰ ਕਾਇਮ ਰੱਖਣਾ, ਜਿਸ ਦੇ ਵਿੱਚ ਜੈਵਿਕ ਜ਼ਰੂਰਤਾਂ ਨੂੰ ਪੂਰਾ ਕਰਨਾ ਇੱਕ ਮਹੱਤਵਪੂਰਨ ਇਹਦੀ ਵਿਸ਼ੇਸ਼ਤਾ ਵੀ ਹੋ ਜਾਂਦੀ ਹੈ ਤੇ ਮਹੱਤਵ ਵੀ ਹੋ ਜਾਂਦਾ ਹੈ, ਕਿਉਂਕਿ ਜੋ ਜੈਵਿਕ ਜ਼ਰੂਰਤਾਂ ਹੈ, ਜੋ ਫਿਜ਼ੀਕਲ ਨੀਡਸ ਹੈ, ਉਹ ਬਾਕੀ ਜ਼ਰੂਰਤਾਂ ਨਾਲੋਂ ਵੀ, ਬਾਕੀ ਜ਼ਰੂਰਤਾਂ ਦੇ ਵਾਂਗ ਹੀ ਉਹ ਵੀ ਜ਼ਰੂਰੀ ਹੈ। ਜਿਵੇਂ ਮੁੱਢਲੀਆਂ ਜ਼ਰੂਰਤਾਂ ਰੋਟੀ, ਕੱਪੜਾ, ਮਕਾਨ, ਇਹ ਜ਼ਰੂਰਤਾਂ ਪੂਰੀਆਂ ਹੋਣ ਤੋਂ ਬਾਅਦ ਵਿਅਕਤੀ ਹੋਰ ਜ਼ਰੂਰਤਾਂ ਬਾਰੇ ਸੋਚਦਾ ਕਿ ਸਮਾਜ ਦੇ ਵਿੱਚ ਉਸਨੂੰ ਕਿਸ ਤਰ੍ਹਾਂ ਦਾ ਪਹਿਰਾਵਾ ਪਾਉਣਾ ਹੈ, ਕਿਹੜੀਆਂ ਚੀਜ਼ਾਂ ਉਸਨੂੰ ਜ਼ਰੂਰੀ ਹਨ। ਸੋ ਉੱਦਾਂ ਹੀ ਜਿਵੇਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਆਪਾਂ, ਜਾਂ ਹੋਰ ਵੱਖ-ਵੱਖ ਧਰਮਾਂ ਦੇ ਵਿੱਚ ਰਹਿ ਕੇ ਰੀਤੀ ਰਿਵਾਜ਼ਾਂ ਨੂੰ, ਉਹਨਾਂ ਦੇ ਨਿਯਮਾਂ ਨੂੰ ਸਵੀਕਾਰ ਕਰਨਾ, ਫੋਲੋ ਕਰਨਾ, ਸੋ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਕੀ ਹੈ, ਜੋ ਫਿਜ਼ੀਕਲ ਨੀਡਸ ਹੈ, ਜੋ ਜੈਵਿਕ ਜ਼ਰੂਰਤਾਂ ਹੈ, ਉਸਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ ਵਿਆਹ ਦੀ ਸੰਸਥਾ ਦੇ ਵਿੱਚ ਰਹਿ ਕੇ। ਕਿਉਂਕਿ ਵਿਆਹ ਦੀ ਸੰਸਥਾ ਪਰਿਵਾਰ ਦੀ ਸੰਸਥਾ ਨੂੰ ਜਨਮ ਦਿੰਦੀ ਹੈ ਤੇ ਪਰਿਵਾਰ ਸਮਾਜਿਕ ਸੰਰਚਨਾ ਕਾਇਮ ਰੱਖਦਾ ਹੈ। ਹੁਣ ਸਮਾਜਿਕ ਸੰਰਚਨਾ ਕੀ ਹੈ? ਸਮਾਜ ਆਪਣਾ ਇੱਕ ਸੰਰਚਨਾ, ਇੱਕ ਢਾਂਚੇ ਦੇ ਰੂਪ ਦੇ ਵਿੱਚ ਹੈ। ਹਰ ਇੱਕ ਵਿਅਕਤੀ ਆਪਣੀ ਜਗ੍ਹਾ ਦੇ ਉੱਤੇ ਰਹਿ ਕੇ ਕੰਮ ਕਰ ਰਿਹਾ ਹੈ, ਉਸਨੂੰ ਵੱਖ-ਵੱਖ ਅਹੁਦੇ ਮਿਲੇ ਹੋਏ ਹੈ, ਅਲੱਗ-ਅਲੱਗ ਭੂਮਿਕਾ ਨਿਭਾ ਰਿਹਾ ਹੈ, ਜਿਸ ਦੇ ਨਾਲ ਉਹ ਸਮਾਜ ਦੀ ਜੋ ਸੰਰਚਨਾ ਹੈ ਉਸਨੂੰ ਅੱਗੇ ਚਲਾਉਣ ਦੇ ਵਿੱਚ ਮਦਦ ਕਰਦਾ ਹੈ। ਇਸ ਕਰਕੇ ਸਮਾਜਿਕ ਸੰਰਚਨਾ ਕਾਇਮ ਰੱਖਣ ਦੇ ਲਈ ਜ਼ਰੂਰੀ ਹੈ ਕਿ ਵਿਅਕਤੀ ਇਸ ਵਿਆਹ ਦੀ ਸੰਸਥਾ ਦੇ ਵਿੱਚ ਬੱਝਾ ਰਹੇ, ਕਿਉਂਕਿ ਸਮਾਜ ਨੂੰ ਸਥਿਰ ਰੱਖਿਆ ਜਾਏਗਾ, ਸਮਾਜ ਨੂੰ ਸਟੇਬਲ ਰੱਖਿਆ ਜਾਏਗਾ ਤੇ ਇਹੀ ਵਿਆਹ ਦੀ ਜ਼ਰੂਰਤ ਹੈ। ਸਮਾਜ ਦੇ ਉੱਤੇ ਸੰਤੁਲਿਤ ਢੰਗ ਦੇ ਨਾਲ ਉਸਦੇ ਵਿੱਚ ਬੈਲੈਂਸ ਰੱਖਿਆ ਜਾਏਗਾ, ਕਿਉਂਕਿ ਬੈਲੈਂਸ ਰੱਖਣਾ ਹਰ ਇੱਕ ਸਮਾਜ ਦੇ ਵਿੱਚ ਜ਼ਰੂਰੀ ਹੈ, ਜਿਸ ਦੇ ਵਿੱਚ ਹਰ ਇੱਕ ਸੰਸਥਾ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਹੀ ਹੈ, ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਇਸ ਕਰਕੇ ਇਹ ਦੇਖਣ ਨੂੰ ਮਿਲਿਆ ਕਿ ਜਿੱਥੇ ਵਿਆਹ ਦੀ ਸੰਸਥਾ ਹੈ, ਉਹ ਸਮਾਜ, ਭਾਵੇਂ ਉਹ ਪੇਂਡੂ ਸਮਾਜ ਹੈ, ਸ਼ਹਿਰੀ ਸਮਾਜ ਹੈ, ਕਬਾਇਲੀ ਸਮਾਜ, ਜ਼ਿਆਦਾ ਸੰਗਠਿਤ ਰੂਪ ਦੇ ਵਿੱਚ ਕੰਮ ਕਰ ਰਿਹਾ ਤੇ ਹਰ ਇੱਕ ਸਮਾਜ ਦੇ ਵਿੱਚ ਇਹ ਸੰਸਥਾ ਪਾਈ ਜਾਏਗੀ। ਇਹ ਸਰਵ ਵਿਆਪਕ ਹੈ, ਭਾਵੇਂ ਕਾਲ ਜਾਂ ਕਿਸੇ ਵੀ ਕਾਲ ਦੀ ਗੱਲ ਕਰੀਏ, ਕਿਸੇ ਵੀ ਸਮਾਜ ਦੀ ਗੱਲ ਕਰੀਏ, ਕਿਸੇ ਵੀ ਦੇਸ਼ ਦੀ ਗੱਲ ਕਰੀਏ, ਇਹ ਸੰਸਥਾਵਾਂ ਦੇਖਣ ਨੂੰ ਮਿਲਦੀਆਂ ਹਨ। ਬਟ ਇਹਦੇ ਵਿੱਚ ਜੋ ਰੀਤੀ ਰਿਵਾਜ ਹੈ, ਜੋ ਪਰੰਪਰਾਵਾਂ ਹੈ, ਉਹ ਵਿਅਕਤੀ ਨੇ ਆਪਣੇ ਕਨਵੀਨੀਅੰਸ ਦੇ ਅਕੋਰਡਿੰਗ ਜਾਂ ਆਪਣੇ ਅਨੁਸਾਰ ਹੀ ਉਹਨਾਂ ਚੀਜ਼ਾਂ ਨੂੰ ਵੀ ਢਾਲ ਲਿਆ। ਸੋ ਇਸ ਦੇ ਵਿੱਚ ਅੱਗੇ ਚੱਲਦੇ ਹਾਂ ਕਿ ਵਿਆਹ ਦੀ ਮਹੱਤਤਾ ਕੀ ਹੈ। ਮਨੁੱਖ ਜਾਤੀ ਦੀ ਨਿਰੰਤਰਤਾ, ਉਸਨੂੰ ਅੱਗੇ ਵਧਣ ਦੇ ਲਈ, ਜਿਵੇਂ ਸਮਾਜ ਹੋਂਦ ਦੇ ਵਿੱਚ ਆਇਆ ਹੈ, ਹੌਲੀ ਹੌਲੀ ਵਿਅਕਤੀ ਇੱਕ ਦੂਸਰੇ ਦੇ ਨਾਲ ਅੰਤਰਕਿਰਿਆਵਾਂ ਕਰ ਰਿਹਾ ਹੈ, ਵੱਖ-ਵੱਖ ਸੰਸਥਾਵਾਂ ਦਾ ਹਿੱਸਾ ਬਣ ਰਿਹਾ ਹੈ, ਭਾਵੇਂ ਉਹ ਪਰਿਵਾਰ ਹੈ ਜਾਂ ਵਿਆਹ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਕੀ ਹੈ, ਜੋ ਮਨੁੱਖ ਜਾਤੀ ਹੈ, ਜੋ ਇੱਕ ਮਨੁੱਖ ਹੈ, ਇੱਕ ਵਿਅਕਤੀ ਹੈ, ਇੱਕ ਸਮਾਜਿਕ ਪ੍ਰਾਣੀ ਹੈ, ਉਹਦੇ ਵਿੱਚ ਵੀ ਕੀ ਹੈ, ਉਸਦੀ ਨਿਰੰਤਰਤਾ ਸਮਾਜ ਦੇ ਵਿੱਚ ਚੱਲਦੀ ਰਹਿੰਦੀ ਹੈ ਜਾਂ ਉਹ ਅੱਗੇ ਵੱਧਦਾ ਰਹਿੰਦਾ ਹੈ। ਇਸ ਕਰਕੇ ਇਹ ਇੱਕ ਮਹੱਤਵ ਹੋ ਜਾਂਦਾ ਹੈ। ਸੱਭਿਆਚਾਰ ਦੀ ਸੰਭਾਲ, ਹੁਣ ਕੁਝ ਪੁਆਇੰਟਸ ਉਹਦੇ ਨਾਲ ਵੀ ਮਿਲਦੇ ਜੁਲਦੇ ਹੋਣਗੇ ਜੋ ਆਪਾਂ ਪਹਿਲਾਂ ਇਹਦੀਆਂ ਵਿਸ਼ੇਸ਼ਤਾਵਾਂ ਕੀਤੀਆਂ। ਸੋ ਰਿਪੀਟ ਹੋਣ ਦਾ ਮਤਲਬ ਕਿ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਵਿਆਹ ਦੀ ਸੰਸਥਾ ਦੇ ਵਿੱਚ। ਜੋ ਸੱਭਿਆਚਾਰ ਕੀ ਹੈ, ਸੱਭਿਆਚਾਰ ਸੰਸਕ੍ਰਿਤੀ ਇੱਕ ਏਦਾਂ ਦੀ ਚੀਜ਼ ਹੈ ਜੋ ਇੱਕ ਵਿਅਕਤੀ ਨੂੰ ਜਾਨਵਰ ਤੋਂ ਅਲੱਗ ਰੱਖਦੀ ਹੈ, ਤੇ ਜੇ ਆਪਣੇ ਤੋਂ ਆਪਣੀ ਸੰਸਕ੍ਰਿਤੀ ਨੂੰ, ਸੱਭਿਆਚਾਰ ਨੂੰ ਖੋਹ ਲਿੱਤਾ ਜਾਏਗਾ ਤਾਂ ਇੱਕ ਵਿਅਕਤੀ ਦੇ ਹੱਥ ਵਿੱਚ ਕੁਝ ਵੀ ਨਹੀਂ ਰਹੇਗਾ। ਇੱਕ ਵਿਅਕਤੀ ਵੀ ਇੱਕ ਜਾਨਵਰ ਦੇ ਵਾਂਗ ਹੀ ਵਿਵਹਾਰ ਕਰਨਾ ਸ਼ੁਰੂ ਕਰ ਦੇਗਾ। ਸੋ ਇਹ ਇੱਕ ਸੱਭਿਆਚਾਰ ਹੀ ਹੈ, ਇਹ ਇੱਕ ਸੰਸਕ੍ਰਿਤੀ ਹੈ, ਇੱਕ ਕਲਚਰ ਹੀ ਹੈ, ਜਿਸ ਦੇ ਵਿੱਚ ਰਹਿ ਕੇ ਇੱਕ ਵਿਅਕਤੀ ਵਿਵਹਾਰ ਕਰ ਰਿਹਾ ਹੈ ਤੇ ਉਹ ਸੱਭਿਆਚਾਰ ਨੂੰ ਸੰਭਾਲ ਕੇ ਰੱਖਦਾ। ਕੁਦਰਤ ਨੇ ਇੱਕ ਵਿਅਕਤੀ ਨੂੰ ਏਦਾਂ ਦਾ ਮਤਲਬ ਵਰਦਾਨ ਦਿੱਤਾ ਹੈ ਕਿ ਉਹ ਸੰਸਕ੍ਰਿਤੀ ਨੂੰ ਸੰਭਾਲ ਕੇ ਵੀ ਰੱਖ ਰਿਹਾ ਹੈ, ਸੰਸਕ੍ਰਿਤੀ ਦੇ ਵਿੱਚ ਵਿਵਹਾਰ ਵੀ ਕਰ ਰਿਹਾ ਹੈ ਤੇ ਆਪਣੀ ਆਉਣ ਵਾਲੀ ਅਗਲੀ ਪੀੜ੍ਹੀ ਨੂੰ ਉਹ ਸੰਸਕ੍ਰਿਤੀ ਸੌਂਪ ਵੀ ਰਿਹਾ। ਕਿਉਂਕਿ ਜੇ ਜਾਨਵਰਾਂ ਦਾ ਦੇਖਿਆ ਜਾਵੇ ਤਾਂ ਉਹਨਾਂ ਦੇ ਵਿੱਚ ਕੋਈ ਸੰਸਕ੍ਰਿਤੀ ਨਹੀਂ ਹੈ। ਸੰਸਕ੍ਰਿਤੀ ਦਾ ਮਤਲਬ ਹੀ ਸਹੀ ਢੰਗ ਨਾਲ ਵਿਵਹਾਰ ਕਰਨਾ, ਕੱਪੜੇ ਪਾਉਣ ਦਾ ਢੰਗ, ਖਾਣ ਪੀਣ ਦਾ ਢੰਗ, ਦੂਸਰਿਆਂ ਨੂੰ ਕਿਵੇਂ ਮਹੱਤਵ ਦੇਣਾ ਹੈ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਜਾਣਗੀਆਂ। ਇਸ ਕਰਕੇ ਸੱਭਿਆਚਾਰ ਦੀ ਸੰਭਾਲ ਕਰਨਾ ਵੀ ਇੱਕ ਮੁੱਖ ਮਹੱਤਵ ਹੋ ਜਾਂਦਾ ਹੈ ਵਿਆਹ ਦਾ, ਕਿਉਂਕਿ ਵਿਆਹ ਦੀ ਸੰਸਥਾ ਤੋਂ ਬਿਨਾਂ ਸਮਾਜ ਦੇ ਵਿੱਚ ਕੋਈ ਵੀ ਸੰਸਥਾ ਸਹੀ ਢੰਗ ਦੇ ਨਾਲ, ਸਹੀ ਆਕਾਰ ਜਾਂ ਸਹੀ ਰੂਪ ਦੇ ਵਿੱਚ ਕੰਮ ਨਹੀਂ ਕਰ ਸਕਦੀ। ਉਦਾਹਰਨ ਦੇ ਤੌਰ ਤੇ ਪਰਿਵਾਰ। ਪੰਜਵਾਂ ਪੁਆਇੰਟ ਹੈ ਇਸ ਦੇ ਵਿੱਚ ਸਮਾਜੀਕਰਨ। ਸਮਾਜੀਕਰਨ ਸਮਾਜ ਦੇ ਵਿੱਚ ਇੱਕ ਵਿਅਕਤੀ ਕਿਸ ਢੰਗ ਨਾਲ ਵਿਵਹਾਰ ਕਰ ਰਿਹਾ ਹੈ, ਉਹ ਢੰਗ ਨੂੰ ਸਿੱਖਣ ਦੀ ਪ੍ਰਕਿਰਿਆ ਹੀ ਸਮਾਜੀਕਰਨ ਹੈ। ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਹੈ ਤਦ ਉਹ ਇੱਕ ਪਰਿਵਾਰ ਦਾ ਹਿੱਸਾ ਬਣਦਾ ਹੈ। ਹੌਲੀ ਹੌਲੀ ਉਹ ਆਪਣੇ ਦੋਸਤ ਬਣਾਉਣੇ ਸ਼ੁਰੂ ਕਰਦਾ ਹੈ, ਉਹ ਆਪਣੇ ਆਂਢੀ ਗੁਆਂਢੀਆਂ ਨੂੰ ਮਿਲਦਾ ਹੈ, ਉਹ ਸਕੂਲ, ਕਾਲਜ, ਯੂਨੀਵਰਸਿਟੀ, ਇਹ ਸਾਰੀਆਂ ਸੰਸਥਾਵਾਂ ਦਾ ਹਿੱਸਾ ਬਣਦਾ ਹੈ, ਜਾਂ ਹੌਲੀ ਹੌਲੀ ਉਹ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰਦਾ ਹੈ।
ਸੋ ਜਦੋਂ ਇੱਕ ਵਿਅਕਤੀ, ਇੱਕ ਬੱਚਾ ਜਾਂ ਇੱਕ ਮਨੁੱਖ ਸਮਾਜ ਦੇ ਵਿੱਚ ਦੂਜੇ ਲੋਕਾਂ ਨਾਲ ਵਿਚਰ ਰਿਹਾ ਹੈ, ਉਸਨੂੰ ਪਤਾ ਲੱਗਦਾ ਹੈ ਕਿ ਉਸਨੇ ਕਿਵੇਂ ਦਾ ਵਿਵਹਾਰ ਕਰਨਾ ਹੈ ਤੇ ਸਮਾਜ ਕਿਸ ਢੰਗ ਦਾ ਵਿਵਹਾਰ ਅਸੈਪਟ ਕਰੇਗਾ, ਕਿਸ ਢੰਗ ਦੇ ਵਿਵਹਾਰ ਨੂੰ ਪ੍ਰਵਾਨਗੀ ਦੇਵੇਗਾ। ਸੋ ਉਹ ਪ੍ਰਵਾਨਗੀ ਜਾਂ ਉਹ ਵਿਵਹਾਰ ਇੱਕ ਵਿਅਕਤੀ ਦੁਆਰਾ ਕੀਤਾ ਗਿਆ ਸਹੀ ਹੈ ਜਾਂ ਗਲਤ ਹੈ, ਉਸ ਚੀਜ਼ ਨੂੰ ਹੀ ਜੱਜ ਕਰਨਾ ਸਮਾਜੀਕਰਨ ਹੈ। ਇਹ ਇੱਕ ਸਿੱਖਿਆ ਹੋਇਆ ਵਿਵਹਾਰ ਹੈ। ਸੋ ਸਮਾਜੀਕਰਨ ਦੇ ਲਈ ਮਹੱਤਵਪੂਰਨ ਹੈ ਕਿ ਵਿਆਹ ਦੀ ਸੰਸਥਾ ਸਮਾਜ ਦੇ ਵਿੱਚ ਜਾਂ ਸਮਾਜ ਦੀ ਹੋਂਦ ਵਿੱਚ ਆਵੇ। ਕਿਉਂ? ਕਿਉਂਕਿ ਵਿਅਕਤੀ ਇੱਕ ਵਿਆਹ ਦੀ ਸੰਸਥਾ ਦੇ ਵਿੱਚ ਰਹਿ ਕੇ ਹੀ ਉਹ ਕਈ ਤਰ੍ਹਾਂ ਦੀਆਂ ਰਿਸਪੌਂਸਿਬਿਲਿਟੀਜ਼ ਜਾਂ ਕਈ ਤਰ੍ਹਾਂ ਦੇ ਹਰ ਇੱਕ ਕੰਮ ਨੂੰ ਸਹੀ ਢੰਗ ਨਾਲ ਕਰਨਾ, ਸਮਾਜ ਨੂੰ ਅੱਗੇ ਵਧਾਉਣਾ, ਇਹ ਸਾਰੀਆਂ ਚੀਜ਼ਾਂ ਉਹ ਤਾਂ ਹੀ ਸਿੱਖ ਸਕਦਾ ਹੈ ਜੇ ਉਹ ਵਿਆਹ ਦੀ ਸੰਸਥਾ ਦੇ ਵਿੱਚ ਪ੍ਰਵੇਸ਼ ਕਰੇਗਾ। ਕਿਉਂਕਿ ਭਾਵੇਂ ਕੋਈ ਵੀ ਗੁਰੂ ਹੈ ਜਾਂ ਕੋਈ ਦੇਵੀ ਦੇਵਤੇ ਹੈ, ਹਰ ਇੱਕ ਵਿਅਕਤੀ ਜਾਂ ਹਰ ਇੱਕ ਏਦਾਂ ਦੀ ਅਲੌਕਿਕ ਸ਼ਕਤੀ ਨੇ ਵਿਆਹ ਨੂੰ ਅੱਗੇ ਰੱਖਿਆ ਹੈ ਜਾਂ ਕਦੇ ਵਿਆਹ ਦੀ ਨਿੰਦਾ ਨਹੀਂ ਕੀਤੀ। ਸੋ ਇਸ ਦਾ ਮਤਲਬ ਕਿ ਵਿਆਹ ਇੱਕ ਏਦਾਂ ਦੀ ਸੰਸਥਾ ਹੈ ਜੋ ਇੱਕ ਵਿਅਕਤੀ ਦੀ ਜ਼ਿੰਦਗੀ ਲਈ ਜ਼ਰੂਰੀ ਹੈ ਤੇ ਸਮਾਜ ਵਾਸਤੇ ਵੀ ਜ਼ਰੂਰੀ। ਸਮਾਜ ਲਈ ਜ਼ਰੂਰੀ ਕਿਉਂਕਿ ਇਹ ਸਮੂਹਿਕ ਭਲਾਈ ਲਈ ਹੈ, ਸਮਾਜ ਦੀ ਭਲਾਈ ਵਾਸਤੇ, ਸਮਾਜ ਨੂੰ ਅੱਗੇ ਚਲਾਉਣ ਵਾਸਤੇ, ਸਮਾਜ ਦੀ ਇੱਕ ਨਿਰੰਤਰਤਾ ਰੱਖਣ ਵਾਸਤੇ, ਇੱਕ ਹਰ ਇੱਕ ਸੰਗਠਨ ਨੂੰ ਗਠਨ ਕਰਨ ਵਾਸਤੇ ਜਾਂ ਉਸਨੂੰ ਬਣਾਉਣ ਲਈ ਵਿਆਹ ਦੀ ਸੰਸਥਾ ਦਾ ਹੋਣਾ ਬਹੁਤ ਹੀ ਲਾਜ਼ਮੀ ਹੈ। ਅੱਗੇ ਹੈ ਕਿ ਸਥਿਰਤਾ ਪ੍ਰਦਾਨ ਕਰਦੀ ਹੈ। ਸਥਿਰ ਰੱਖਣ ਲਈ, ਸਟੇਬਲ ਰੱਖਣ ਲਈ ਜ਼ਰੂਰੀ ਹੈ ਕਿ ਜੋ ਵਿਆਹ ਦੀ ਸੰਸਥਾ ਹੈ ਉਹ ਹਰ ਇੱਕ ਜਗ੍ਹਾ ਦੇ ਉੱਤੇ ਪਾਈ ਜਾਏਗੀ, ਭਾਵੇਂ ਲੋਕ ਪਿੰਡਾਂ ਵਿੱਚ ਰਹਿ ਰਹੇ ਹੈ, ਸ਼ਹਿਰਾਂ ਦੇ ਵਿੱਚ ਜਾਂ ਜੰਗਲਾਂ ਦੇ ਉੱਤੇ। ਹੁਣ ਜੰਗਲਾਂ ਦੇ ਵਿੱਚ ਮਤਲਬ ਕਬਾਇਲੀ ਸਮਾਜ ਦੀ ਗੱਲ ਹੋ ਰਹੀ ਹੈ, ਪਿੰਡਾਂ ਦੇ ਵਿੱਚ ਪੇਂਡੂ ਸਮਾਜ ਦੀ, ਤੇ ਸ਼ਹਿਰਾਂ ਦੇ ਵਿੱਚ ਕੀ ਹੈ, ਸ਼ਹਿਰੀ ਸਮਾਜ। ਇਸ ਕਰਕੇ ਸਥਿਰਤਾ ਤਾਂ ਹੀ ਪ੍ਰਦਾਨ ਕੀਤੀ ਜਾਏਗੀ ਜਾਂ ਤਾਂ ਹੀ ਹੋਏਗੀ ਜੇ ਵਿਅਕਤੀ ਇਸ ਸੰਸਥਾ ਦਾ ਹਿੱਸਾ ਬਣੇਗਾ ਤੇ ਇਸ ਦੇ ਵਿੱਚ ਪ੍ਰਵੇਸ਼ ਕਰੇਗਾ। ਕਿਉਂਕਿ ਸਮਾਜ ਦੇ ਸੰਤੁਲਨ ਨੂੰ ਕਾਇਮ ਰੱਖਣ ਦੇ ਲਈ ਵਿਆਹ ਦੀ ਸੰਸਥਾ ਜ਼ਰੂਰੀ ਹੈ, ਸਮਾਜ ਨੂੰ ਸਥਿਰਤਾ ਪ੍ਰਦਾਨ ਕਰਨ ਲਈ, ਸਥਿਰ ਰੱਖਣ ਲਈ। ਅਗਲਾ ਪੁਆਇੰਟ ਹੈ ਸੰਬੰਧਾਂ ਨੂੰ ਨਿਯਮਿਤ ਕਰਨ ਲਈ। ਹੁਣ ਸੰਬੰਧ, ਸਰੀਰਕ ਸੰਬੰਧ, ਇੱਕ ਔਰਤ ਤੇ ਇੱਕ ਪੁਰਸ਼ ਦੇ ਵਿੱਚ, ਇੱਕ ਪਤੀ ਪਤਨੀ ਦੇ ਵਿੱਚ ਜੋ ਸੰਬੰਧ ਹੈ, ਉਹਨਾਂ ਨੂੰ ਨਿਯਮਿਤ ਕਰਨ ਲਈ, ਉਸਨੂੰ ਕੰਟਰੋਲ ਕਰਨ ਲਈ ਜਾਂ ਉਸਨੂੰ ਵਿਦਨ ਲਿਮਿਟਸ ਰੱਖਣ ਦੇ ਲਈ। ਕਿਉਂਕਿ ਹਰ ਇੱਕ ਸੰਸਥਾ ਦਾ ਕੀ ਹੈ, ਉਸਦੇ ਵਿੱਚ ਨਿਯਮ ਪਾਏ ਜਾਂਦੇ ਹਨ ਜੋ ਉਸ ਸੰਸਥਾ ਦੇ ਮੈਂਬਰਾਂ ਨੂੰ ਉਹ ਰੂਲਸ ਨੂੰ ਫੋਲੋ ਕਰਨਾ ਪੈਂਦਾ ਹੈ। ਸੋ ਉਹ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਉਵੇਂ ਹੀ ਵਿਆਹ ਦੀ ਸੰਸਥਾ ਦੇ ਵਿੱਚ ਵੀ ਕੁਝ ਨਿਯਮ ਹੋਣਗੇ ਜੋ ਉਸ ਵਿਆਹ ਦੀ ਸੰਸਥਾ ਦੇ ਵਿੱਚ ਜਿੰਨੇ ਮੈਂਬਰ ਹੋਣਗੇ ਉਹ ਉਸ ਨਿਯਮਾਂ ਦਾ ਪਾਲਣ ਕਰਨਗੇ, ਉਸਨੂੰ ਓਬੇ ਕਰਨਗੇ। ਤੇ ਜੇ ਇੱਕ ਵਿਅਕਤੀ ਉਹ ਨਿਯਮਾਂ ਨੂੰ ਨਹੀਂ ਫੋਲੋ ਕਰਦਾ ਤਾਂ ਉਹ ਸਮਾਜ ਦੁਆਰਾ ਨਹੀਂ ਸਵੀਕਾਰਿਆ ਜਾਏਗਾ। ਇਸ ਕਰਕੇ ਇਹ ਸਮਾਜ ਦੁਆਰਾ ਪ੍ਰਵਾਨਿਤ ਕੀਤੀ ਗਈ ਇੱਕ ਸਮੂਹ ਹੈ, ਇੱਕ ਏਦਾਂ ਦਾ ਗਠਨ ਹੈ, ਇੱਕ ਸੰਗਠਨ ਹੈ ਜਿਸ ਦੇ ਨਾਲ ਪਰਿਵਾਰ ਹੋਂਦ ਵਿੱਚ ਆ ਰਿਹਾ ਹੈ ਤੇ ਜੋ ਸਮਾਜ ਲਈ ਬਹੁਤ ਇੰਪੋਰਟੈਂਟ ਵੀ ਹੈ। ਸੋ ਇਸ ਤੋਂ ਬਾਅਦ ਕਰਾਂਗੇ ਕਿ ਸਮਾਜ ਦੀਆਂ ਕਿਸਮਾਂ। ਹੁਣ ਸਮਾਜ ਦੇ ਵਿੱਚ ਵੱਖ-ਵੱਖ ਕਿਸਮਾਂ ਪਾਈਆਂ ਜਾਂਦੀਆਂ, ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਸਮਾਜ ਆਪਣਾ ਵੱਖ-ਵੱਖ ਢੰਗ ਦਾ ਹੈ। ਕੁਝ ਲੋਕ ਪਿੰਡਾਂ ਵਿੱਚ ਰਹਿ ਰਹੇ ਹੈ, ਕੁਝ ਸ਼ਹਿਰਾਂ ਦੇ ਵਿੱਚ, ਤੇ ਕੁਝ ਕਬਾਇਲੀ ਸਮਾਜ ਦਾ ਹਿੱਸਾ। ਇਸ ਤੋਂ ਇਲਾਵਾ ਕੁਝ ਪਿਛੜੇ ਹੋਏ ਇਲਾਕਿਆਂ 'ਚ ਕਹਿ ਸਕਦੇ ਹੋ, ਜਾਂ 50 ਸਾਲ ਪਹਿਲਾਂ ਆਪਣਾ ਸਮਾਜ ਵੱਖਰੇ ਢੰਗ ਦਾ ਹੁੰਦਾ ਸੀ, ਹੁਣ ਆਧੁਨਿਕ ਸਮਾਜ ਆ ਗਿਆ ਹੈ ਤੇ ਅੱਗੇ ਹੋਰ ਇੰਡਸਟਰੀਅਲ ਸੁਸਾਇਟੀ ਤੋਂ ਬਾਅਦ ਅੱਗੇ ਹੋਰ ਸਮਾਜ ਦਾ ਨਿਰਮਾਣ ਹੁੰਦਾ ਜਾਏਗਾ। ਸੋ ਹਰ ਇੱਕ ਤਰ੍ਹਾਂ ਦੀਆਂ ਕਿਸਮਾਂ ਸਮਾਜ ਦੇ ਅਨੁਸਾਰ ਬਦਲਦੀਆਂ ਜਾਣਗੀਆਂ। ਸੋ ਇੱਥੇ ਹੁਣ ਕਿਸਮਾਂ 1 by 1 ਕਰਾਂਗੇ। ਸਭ ਤੋਂ ਪਹਿਲਾਂ ਹੈ ਇੱਕ ਵਿਆਹ। ਇੱਕ ਵਿਆਹ, ਮੋਨੋਗੈਮੀ। ਮੋਨੋ ਦਾ ਮਤਲਬ ਹੈ 1, ਇੱਕ। ਸੋ ਜਿੱਥੇ ਗੈਮੀ ਸ਼ਬਦ ਆ ਗਿਆ ਉਸਦਾ ਅਰਥ ਹੈ ਵਿਆਹ। ਸੋ ਉਹ ਵਿਆਹ ਜਿੱਥੇ ਇੱਕ ਹੀ ਪਤੀ ਜਾਂ ਇੱਕ ਹੀ ਪਤਨੀ ਹੋਏਗੀ ਉਸਨੂੰ ਇੱਕ ਵਿਆਹ ਦਾ ਨਾਮ ਦਿੱਤਾ ਗਿਆ। ਜ਼ਿਆਦਾਤਰ ਜੇ ਪੰਜਾਬ ਦੀ ਗੱਲ ਕਰੀਏ ਜਾਂ ਇੰਡੀਆ ਦੇ ਕੁਝ ਇੱਦਾਂ ਦੀਆਂ ਸਾਰੀਆਂ ਹੀ ਜ਼ਿਆਦਾਤਰ ਸਟੇਟਸ ਹੈ ਜਿੱਥੇ ਇੱਕ ਵਿਆਹ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਹਿੰਦੂ ਮੈਰਿਜ ਐਕਟ ਦੇ ਅਨੁਸਾਰ ਜੋ 1955 ਦੇ ਵਿੱਚ ਸੀ, ਉਸਦੇ ਵਿੱਚ ਵੀ ਇਹੀ ਕਿਹਾ ਗਿਆ ਹੈ ਕਿ ਜੋ ਮੋਨੋਗੈਮੀ ਹੈ ਦੈਟ ਇਜ਼ ਟੋਲਰੇਬਲ, ਉਹ ਪਾਈ ਜਾਏਗੀ ਤੇ ਪੋਲੀਗੈਮੀ ਨਹੀਂ ਹੋਏਗੀ। ਸੋ ਇੱਕ ਵਿਆਹ ਇਟ ਮੀਨਸ ਵਨ ਸਪਾਊਸ ਐਟ ਵਨ ਟਾਈਮ, ਇੱਕ ਸਮੇਂ ਦੇ ਉੱਤੇ ਇੱਕ ਹੀ ਪਤੀ ਜਾਂ ਪਤਨੀ ਹੋਣਾ। ਜਿਵੇਂ ਆਮ ਤੌਰ ਤੇ ਜਾਂ ਸਧਾਰਨ ਤੌਰ ਤੇ ਆਪਣੇ ਸਾਰੇ ਪਰਿਵਾਰ ਹੁੰਦੇ ਆ ਜਿਸ ਦੇ ਵਿੱਚ ਬੱਚਿਆਂ ਦੇ ਇੱਕ ਹੀ ਪਿਤਾ ਜਾਂ ਇੱਕ ਹੀ ਮਾਤਾ ਹੋਏਗੀ, ਇੱਕ ਸਮੇਂ ਦੇ ਉੱਤੇ ਇੱਕ ਹੀ ਪਤੀ ਜਾਂ ਇੱਕ ਪਤਨੀ ਜਾਂ ਇੱਕ ਮਾਤਾ ਜਾਂ ਇੱਕ ਪਿਤਾ ਹੋਣਾ, ਉਸਨੂੰ ਇੱਕ ਵਿਆਹ ਦਾ ਨਾਮ ਦਿੱਤਾ ਗਿਆ ਹੈ।
क्योंकि जो ਵਿਆਹ ਹੈ, ਵਿਆਹ ਦੇ ਮਾਧਿਅਮ ਦੇ ਨਾਲ ਹੀ ਜੋ ਵਿਅਕਤੀ ਹੈ, ਉਹ ਆਪਣੇ ਹਰ ਇੱਕ ਤਰ੍ਹਾਂ ਦੇ ਸੰਬੰਧ ਜਾਂ ਮਤਲਬ ਯੌਨ ਸੰਬੰਧ, ਲੈਂਗਿਕ ਸੰਬੰਧ ਬਣਾਉਂਦਾ ਹੈ, ਉਹਨਾਂ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤੇ ਘਰ ਵਸਾਉਂਦਾ ਹੈ। ਕਿਉਂਕਿ ਘਰ ਵਸਾਉਣ ਲਈ ਜ਼ਰੂਰੀ ਹੈ, ਜ਼ਰੂਰੀ ਨਹੀਂ ਕਿ ਤੁਸੀਂ ਇੱਕ ਲੜਕਾ ਜਾਂ ਇੱਕ ਲੜਕੀ ਦੋਨੋਂ ਇਕੱਠੇ ਰਹਿਣਗੇ ਤਾਂ ਉਹ ਘਰ ਵਸਾਉਣਗੇ। ਉਸਦੇ ਲਈ ਵਿਆਹ ਦੀ ਸੰਸਥਾ ਦੇ ਵਿੱਚ ਪ੍ਰਵੇਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਜਿਸ ਤਰ੍ਹਾਂ ਵਿਆਹ ਦੀ ਸੰਸਥਾ ਦੇ ਵਿੱਚ ਇੱਕ ਵਿਅਕਤੀ ਪ੍ਰਵੇਸ਼ ਕਰੇਗਾ, ਫਿਰ ਉਹਨਾਂ ਦੁਆਰਾ ਪੈਦਾ ਕੀਤੀ ਗਈ ਸੰਤਾਨ ਹੈ, ਜੋ ਬੱਚੇ ਹੈ, ਉਸਨੂੰ ਸਮਾਜ ਦੁਆਰਾ ਵੀ ਮਨਜ਼ੂਰੀ ਦਿੱਤੀ ਜਾਏਗੀ। ਉਹ ਬੱਚਿਆਂ ਨੂੰ ਇੱਕ ਲੀਗਲ ਸਟੇਟਸ ਦਿੱਤਾ ਜਾਏਗਾ, ਗੈਰ ਕਾਨੂੰਨੀ ਢੰਗ ਦੇ ਨਾਲ ਨਹੀਂ ਦੇਖਿਆ ਜਾਏਗਾ। ਕਿਉਂਕਿ ਇਹ ਜੋ ਸਮਾਜ ਦੇ ਵਿੱਚ ਜਿੰਨੀਆਂ ਵੀ ਸੰਸਥਾਵਾਂ ਹੁੰਦੀਆਂ, ਇਹ ਇੱਕ ਵਿਅਕਤੀ ਦੀ ਸਥਿਤੀ ਨੂੰ ਵੀ ਪ੍ਰਭਾਸ਼ਿਤ ਕਰਦੀਆਂ, ਉਸ ਵਿਅਕਤੀ ਦੀ ਸਥਿਤੀ ਨੂੰ ਵੀ ਦੱਸਦੀਆਂ ਕਿ ਹਾਂ ਸਮਾਜ ਦੇ ਵਿੱਚ ਉਹ ਇੱਕ ਸਹੀ ਢੰਗ ਦੇ ਨਾਲ ਵਿਵਹਾਰ ਕਰ ਰਿਹਾ ਹੈ ਜਾਂ ਨਹੀਂ। ਕਿਉਂਕਿ ਅੱਜ ਕੱਲ੍ਹ ਦੇਖਿਆ ਜਾਂਦਾ ਹੈ ਆਧੁਨਿਕ ਸਮਾਜ ਹੈ, ਟੈਕਨੋਲੋਜੀ ਦਾ ਬਹੁਤ ਹੀ ਮਤਲਬ ਇੰਟਰਫੇਰੈਂਸ ਹੋ ਗਈ ਹੈ ਲੋਕਾਂ ਦੀ ਜ਼ਿੰਦਗੀ ਦੇ ਵਿੱਚ, ਤੇ ਆਧੁਨਿਕ ਸਮਾਜ ਦੇ ਨਾਲ ਨਾਲ ਵਿਆਹ ਦੀ ਜੋ ਰੂਪ ਹੈ, ਉਹਦੀਆਂ ਕਿਸਮਾਂ ਹੈ, ਉਹ ਵੀ ਬਦਲਣ ਲੱਗ ਗਈਆਂ। ਐਕਸਟਰਾ ਮੈਰਿਟਲ ਅਫੇਅਰਸ ਹੋ ਗਏ ਹੈ, ਜਾਂ ਕਹਿ ਸਕਦੇ ਹੋ ਕਿ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਲੋਕੀ ਰਹਿ ਰਹੇ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ ਵਿਆਹ ਦੀ ਸੰਸਥਾ ਨੂੰ ਕਿਤੇ ਨਾ ਕਿਤੇ ਠੇਸ ਪਹੁੰਚਾਈ ਹੈ, ਜਾਂ ਕਹਿ ਸਕਦੇ ਹੋ ਕਿ ਵਿਆਹ ਦੀ ਸੰਸਥਾ ਦਾ ਮਹੱਤਵ ਹੌਲੀ ਹੌਲੀ ਘਟ ਰਿਹਾ ਹੈ। ਲੇਕਿਨ ਇਹ ਘਟਣਾ ਨਹੀਂ ਚਾਹੀਦਾ। ਕਿਉਂ? ਕਿਉਂਕਿ ਸਮਾਜ ਦੁਆਰਾ ਜੋ ਇੱਕ ਮਾਨਤਾ ਪ੍ਰਾਪਤ ਹੈ, ਜਾਂ ਸਮਾਜ ਇੱਕ ਲੀਗਲ ਲੈਵਲ ਦੇ ਉੱਤੇ ਚੀਜ਼ਾਂ ਨੂੰ ਅਸੈਪਟ ਕਰ ਰਿਹਾ, ਸੋ ਉਹ ਇੱਕ ਵਿਆਹ ਦੀ ਸੰਸਥਾ ਹੀ ਹੋਏਗੀ। ਵਿਆਹ ਦੀ ਸੰਸਥਾ ਦੇ ਵਿੱਚ ਰਹਿ ਕੇ ਇੱਕ ਪੁਰਸ਼ ਤੇ ਇੱਕ ਇਸਤਰੀ ਆਪਸ ਦੇ ਵਿੱਚ ਸੰਬੰਧ ਬਣਾਉਣਗੇ, ਬੱਚੇ ਪੈਦਾ ਹੋਣਗੇ, ਜਿਸ ਨਾਲ ਪਰਿਵਾਰ ਹੋਏਗਾ, ਤੇ ਉਹ ਬੱਚਿਆਂ ਨੂੰ ਵੀ ਸਮਾਜਿਕ ਤੌਰ ਉੱਤੇ ਇੱਕ ਸਹੀ ਦਿਸ਼ਾ ਦੇ ਵਿੱਚ ਸਮਾਜ ਦੇ ਵਿੱਚ ਦੇਖਿਆ ਜਾਏਗਾ, ਤੇ ਜਿਸ ਦੇ ਨਾਲ ਸਮਾਜ ਆਪਣਾ ਇੱਕ ਸਹੀ ਆਕਾਰ ਦੇ ਵਿੱਚ, ਇੱਕ ਸਹੀ ਰੂਪ ਦੇ ਵਿੱਚ ਅੱਗੇ ਚੱਲ ਸਕਦਾ ਹੈ। ਸੋ ਇੱਥੇ ਗੱਲ ਹੋ ਰਹੀ ਹੈ ਕਿਸਮਾਂ ਦੀ, ਵਿਆਹ ਦੀ ਕਿਸਮਾਂ। ਜਿਵੇਂ ਮੋਨੋਗੈਮੀ ਹੈ, ਇੱਕ ਵਿਆਹ ਦੀ ਗੱਲ ਹੋਈ ਹੈ ਕਿ ਇੱਕ ਸਮੇਂ ਦੇ ਉੱਤੇ ਇੱਕ ਹੀ ਪਤੀ ਜਾਂ ਪਤਨੀ ਹੋਣਾ, ਮਤਲਬ ਇੱਕ ਜੇ ਪਤੀ ਹੈ ਤਾਂ ਉਸਦੀ ਇੱਕ ਹੀ ਪਤਨੀ ਹੋਏਗੀ ਇੱਕ ਸਮੇਂ ਦੇ ਵਿੱਚ। ਇਹ ਗੱਲ ਵੱਖਰੀ ਹੈ ਕਿ ਉਹ ਉਸ ਪਤਨੀ ਨਾਲ ਤਲਾਕ ਲੈ ਕੇ ਇੱਕ ਹੋਰ ਵਿਆਹ ਕਰਵਾ ਸਕਦਾ ਹੈ, ਲੇਕਿਨ ਇੱਕ ਸਮੇਂ ਦੇ ਉੱਤੇ ਇੱਕ ਹੀ ਪਤੀ ਜਾਂ ਪਤਨੀ ਹੋਣਾ, ਉਸਨੂੰ ਇੱਕ ਵਿਆਹ ਦਾ ਨਾਮ ਦਿੱਤਾ ਗਿਆ ਹੈ। ਉਸ ਤੋਂ ਇਲਾਵਾ ਸੈਕੰਡ ਜੋ ਟਾਈਪ ਹੈ ਉਹ ਹੈ ਪੋਲੀਗੈਮੀ, ਬਹੁ ਵਿਆਹ। ਬਹੁ ਵਿਆਹ ਮਤਲਬ, ਬਹੁ ਦਾ ਮਤਲਬ ਬਹੁਤ, ਮੈਨੀ, ਕਿਉਂਕਿ ਜੋ ਪੋਲੀ ਸ਼ਬਦ ਹੈ ਉਸਦਾ ਆਪਣੇ ਆਪ ਦੇ ਵਿੱਚ ਹੀ ਹੈ ਪਲੂਰਲ ਮੀਨਿੰਗ ਹੈ, ਮਤਲਬ ਉਹ ਪਲੂਰਲ ਹੈ। ਜਿਵੇਂ ਮੋਨੋ ਸਿੰਗੂਲਰ ਹੈ, ਮੋਨੋ ਇੱਕ ਕੀ ਹੈ, ਇੱਕ ਵਿਆਹ, ਉਵੇਂ ਹੀ ਪੋਲੀ ਨੂੰ ਬਹੁਤ ਵਿਆਹ ਕਿਹਾ ਜਾਂਦਾ। ਸੋ ਇਸ ਦੇ ਵਿੱਚ ਇਹਦੀਆਂ ਅੱਗੇ ਦੋ ਕਿਸਮਾਂ ਹੋਣਗੀਆਂ, ਬਹੁ ਪਤਨੀ ਵਿਆਹ ਅਤੇ ਬਹੁ ਪਤੀ ਵਿਆਹ। ਬਹੁ ਪਤਨੀ ਵਿਆਹ ਮਤਲਬ ਇੱਕ ਸਮੇਂ ਦੇ ਉੱਤੇ ਇੱਕ ਪਤੀ ਦੀਆਂ ਕਈ ਪਤਨੀਆਂ ਹੋਣਗੀਆਂ। ਬਹੁ ਪਤਨੀ ਵਿਆਹ ਦੇ ਵਿੱਚ, ਕਿਉਂਕਿ ਗਾਇਨੀ ਸ਼ਬਦ ਹੈ ਜੋ ਹਮੇਸ਼ਾ ਫੀਮੇਲਸ ਦੇ ਨਾਲ, ਔਰਤਾਂ ਦੇ ਨਾਲ ਰਿਲੇਟ ਕਰਦਾ ਹੈ, ਇਸ ਕਰਕੇ ਬਹੁ ਪਤਨੀ ਵਿਆਹ ਦੇ ਵਿੱਚ ਇੱਕ ਪਤੀ ਦੀਆਂ ਕਈ ਪਤਨੀਆਂ ਹੋਣਗੀਆਂ। ਉਦਾਹਰਨ ਦੇ ਤੌਰ ਤੇ ਜੇ ਅਕਬਰ ਕਹਾਂ ਤਾਂ ਅਕਬਰ ਇੱਕ ਪਤੀ ਸੀ ਤੇ ਉਸ ਦੀਆਂ 100 ਤੋਂ ਵੱਧ ਰਾਣੀਆਂ ਸੀ। ਸੋ ਉਸ ਤਰ੍ਹਾਂ ਦੇ ਵਿਆਹ ਨੂੰ ਬਹੁ ਪਤਨੀ ਵਿਆਹ ਦਾ ਨਾਮ ਦਿੱਤਾ ਗਿਆ ਹੈ। ਤੇ ਏਦਾਂ ਦੇ ਵਿਆਹ ਅੱਜ ਕੱਲ੍ਹ ਜਾਂ ਹਿੰਦੂ ਮੈਰਿਜ ਐਕਟ 1955 ਦੇ ਅਨੁਸਾਰ ਇਹ ਚੀਜ਼ਾਂ ਨੂੰ ਮਾਨਤਾ ਨਹੀਂ ਦਿੱਤੀ ਗਈ, ਕਿਉਂਕਿ ਇੱਕ ਵਿਅਕਤੀ ਦਾ ਇੱਕ ਸਮੇਂ ਦੇ ਉੱਤੇ ਇੱਕ ਹੀ ਵਿਆਹ ਹੋਏਗਾ। ਇਸ ਦਾ ਮਤਲਬ ਕਿ ਉਹਦੀ ਇੱਕ ਹੀ ਪਤੀ ਜਾਂ ਪਤਨੀ ਹੋਏਗੀ, ਤੇ ਇੱਕ ਵਿਅਕਤੀ ਜੇ ਇਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰਦਾ ਤਾਂ ਉਸਨੂੰ ਕੁਝ ਸਟ੍ਰਿਕਟ ਪਨਿਸ਼ਮੈਂਟ ਦਿੱਤੀਆਂ ਜਾ ਰਹੀਆਂ, ਫਾਈਨ ਇੰਪੋਜ਼ ਕੀਤਾ ਜਾ ਰਿਹਾ, ਜਾਂ ਕਈ ਤਰ੍ਹਾਂ ਦਾ ਸਮਾਜਿਕ ਤੌਰ ਉੱਤੇ ਉਸ ਵਿਆਹ ਨੂੰ ਗੈਰ ਕਾਨੂੰਨੀ ਠਹਿਰਾਇਆ ਜਾਂਦਾ। ਕਿਉਂਕਿ ਇੱਕ ਪਤੀ ਜੇ ਇੱਕ ਤੋਂ ਵੱਧ ਪਤਨੀ ਰੱਖਦਾ ਹੈ ਤਦ ਕੀ ਹੈ, ਸਮਾਜਿਕ ਤੌਰ ਉੱਤੇ ਉਸਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਲੇਕਿਨ ਮੁਸਲਿਮ ਵਿਆਹ ਦੇ ਵਿੱਚ ਇਹ ਚੀਜ਼ਾਂ ਪਾਈਆਂ ਜਾਂਦੀਆਂ ਕਿ ਹਾਂ ਇੱਕ ਪਤੀ ਇੱਕ ਸਮੇਂ ਦੇ ਉੱਤੇ 4 ਪਤਨੀਆਂ ਰੱਖ ਸਕਦਾ ਹੈ। ਉਹ ਮੁਸਲਿਮ ਵਿਆਹ ਦਾ ਕੰਸੈਪਟ ਹੈ, ਮੁਸਲਿਮ ਧਰਮ ਦੇ ਵਿੱਚ ਹੈ। ਲੇਕਿਨ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਬਹੁ ਪਤਨੀ ਵਿਆਹ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਇਹ ਚੀਜ਼ਾਂ ਹੁਣ ਪ੍ਰਚਲਿਤ ਨਹੀਂ ਹਨ। ਲੇਕਿਨ ਜੇ ਕਬਾਇਲੀ ਸਮਾਜ ਦੀ ਗੱਲ ਕਰਦੇ ਹਾਂ ਤਾਂ ਏਦਾਂ ਦੇ ਵਿਆਹ ਉੱਥੇ ਹੁਣ ਵੀ ਪਾਏ ਜਾਂਦੇ ਹਨ, ਜਿਸ ਦੇ ਵਿੱਚ ਬਹੁ ਪਤੀ ਵਿਆਹ ਤੇ ਬਹੁ ਪਤਨੀ ਵਿਆਹ ਇਹ ਦੋਨੋਂ ਹੀ ਬਹੁਤ ਜ਼ਿਆਦਾ ਪ੍ਰਚਲਿਤ ਹਨ। ਕਿਉਂਕਿ ਕਬਾਇਲੀ ਸਮਾਜ ਦੇ ਵਿੱਚ ਕੀ ਹੈ, ਵੱਖ-ਵੱਖ ਲੋਕ ਕਬੀਲਿਆਂ ਦੇ ਵਿੱਚ ਵੰਡੇ ਹੋਏ ਨੇ, ਅਲੱਗ-ਅਲੱਗ ਕਬੀਲਿਆਂ ਦੇ ਵਿੱਚ ਹੈ, ਅਲੱਗ-ਅਲੱਗ ਪਰੰਪਰਾਵਾਂ ਦੇ ਨਾਲ, ਰੀਤੀ ਰਿਵਾਜ਼ਾਂ ਦੇ ਨਾਲ ਉਹ ਆਪਣੇ ਸਾਰੇ ਹੀ ਨਿਯਮਾਂ ਦੀ ਪਾਲਣਾ ਕਰ ਰਹੇ ਹੈ। ਸੋ ਉੱਥੇ ਕੀ ਹੈ, ਵਿਆਹ ਦੀਆਂ ਕਿਸਮਾਂ ਵੀ ਵੱਖ ਢੰਗ ਦੇ ਨਾਲ ਹੋ ਜਾਂਦੀਆਂ।
जिवें पेंडू समाज है, शहरी समाज है, कबायली समाज है। सो जे एक व्यक्ति कबायली समाज की स्टडी करेगा तो उसके विच पता लगेगा कि उत्थे मोनोगैमी तो बहुत घट, ज़्यादातर पॉलीगैमी या बहु विआह ही पाए जाते हैं, जिस दे विच कई तरह के विआह है, जिवें राक्षसा विआह हो गया या उस तो बाद की अजमाइश नाल विआह है। सो इदां दे कई तरह के, हज़ारां तरह के विआह पाए जाते हैं जो अज दे साधारण समाज उस चीज़ को अप्रूव नहीं करता या उसको मानता नहीं देता। सो बहुपत्नी विआह की गल हो रही है, जिस दे विच बहु पत्नी मतलब बहुत ज़्यादा पत्नियां होणगियां, जिवें अकबर दियां कई पत्नियां सी। हुण इहदे विच सीमित या असीमित दो वख किस्मां आउणगियां। बहुपत्नी विआह दे विच सीमित बहुपत्नी विआह या असीमित बहुपत्नी। हुण सीमित शब्द का मतलब ये है कि जो नंबर होएगा पत्नियां दा, जो संख्या होएगी वो सीमित होएगी। उदाहरण के तौर पे मुसलमान विआह दे विच, मुस्लिम धर्म दे विच जो विआह हो रहा है उस दे विच एक पति एक समय ते 4 ही पत्नियां रख सकता है। जे उसने 5वां विआह करवाना है तो 4 विचों एक नूं तलाक दे के फिर वो अगला विआह करवा सकता है, लेकिन एक समय दे विच मुस्लिम पति एक समय च 4 ही पत्नियां रख सकता है। वो हो गया सीमित विआह। ते असीमित विआह की हो गया कि कोई भी गिनती नहीं है, कोई सीमा नहीं है कि कितनियां पत्नियां रख सकता है एक पति। इस करके सीमित अते असीमित बहुपत्नी विआह दे विच शामिल होंदे। इस तो बाद बहुपति विआह है। बहुपति कि जिथे पतियां की संख्या बहुत ज़्यादा होएगी। ज़्यादा होने का मतलब कि एक समय दे विच एक पत्नी दे कई पति होंगे। उदाहरण के तौर पर देखा जाए कि जिवें द्रौपदी सी, द्रौपदी दे ने 5 पांडवां दे नाल विआह करवाया। सो इसका मतलब कि एक पत्नी सी ते उसदे कई पति सी। हुण जो पॉलीएंड्री है, बहुपति विआह है, वो भी अगे 2 भागां दे विच वंडिया होया, जिवें इस प्रेजेंटेशन दे विच तुसीं देख रहे हो, भराता विआह अते गैर भराता विआह। हुण भराता विआह की है कि जिन्ने भी, क्योंकि जो भराता विआह ते गैर भराता विआह है, यह बहुपति विआह दीयां किस्मां है, जिथे पतियां की जनसंख्या ज़्यादा होएगी। ते ओ जिन्ने भी एक पत्नी दे जिन्ने भी पति होणगे वो सारे सके भरा होणगे, उसनूं भराता विआह कहा जाएगा। उदाहरण के तौर पे द्रौपदी ने 5 पांडवां नाल विआह कराया सी ते वो 5 पांडव सके भरा सी। एक जगह ते रह सकते हैं ते वख-वख जगह ते भी रह सकते हैं। ये हो गया भराता विआह। ते दूसरा है गैर भराता विआह। यह दूसरी टाइप है बहुपति विआह की। गैर भराता का मतलब की है कि एक पत्नी दे जिन्ने भी पति होणगे वो सारे सके भरा नहीं होणगे। 5 हो सकते हैं, 10 या 100 की गिनती हो सकती है, कोई गिनती ये विच सीमित नहीं है। जिवें बहुपत्नी विआह दे विच तां गिनती सीमित सी, लेकिन बहुपति विआह दे विच जो पतियां की गिनती है वो सीमित नहीं है, वो रिस्ट्रिक्टेड नहीं है। इस करके गैर भराता विआह दे विच जिस तो नॉन फ्रिटर्नल पॉलीएंड्री कहा जाता है, इस दे विच की होएगा कि जिन्ने भी भरा, मतलब जिन्ने भी एक पत्नी दे पति होणगे वो सारे आपस दे विच सके भरा नहीं होणगे, वो वख-वख जगह दे उत्ते रहणगे। ते इह चीज़ दस्सण दी जरूरी है कि वो पत्नी ही डिसाइड करदी है कि उन्हें कितना समा किस पति दे कोल रहना है। वो एक टाइम जिवें कह लो कि डिवाइड कर लैंदी है। सो गैर भराता विआह इस ढंग दा विआह कहा जाता है ते इह ज़्यादातर कबायली समाज दे विच पाया जाता है। हुण भी कई तरह के कबीले भारत दे विच देखण नूं मिलदे हैं, जिवें उत्तर प्रदेश है, महाराष्ट्र है, तमिलनाडु, मिजोरम हो गया या मणिपुर है, जिथे सारे ही ट्राइब्स कबीले पाए जाते हैं। सो उत्थे इस तरह के विआह देखण नूं मिलदे हैं। इस तो बाद अगे होर किस्मां भी हैं, जिवें जाति अंतर विआह है या जाति बाहर विआह। सो अंतर विआह जाति दे विच विआह होना, एक जाति दे विच, एक नस्ल दे विच, एक सब कास्ट कह सकते हो उपजाति दे विच। सो एंडोगैमी, एंडो शब्द का मतलब की है कि अपनी जात दे विच विआह होना, अपनी जात दे विच, अपने नस्ल दे विच, अपने कबीले दे विच, अपने पिंड दे विच कह सकते हो, अपने विलेज दे विच, अपने पिंड दे विच।
सो ਇਹ ਸਾਰਾ ਕੁਝ, ਇਹ ਸਾਰੀਆਂ ਜੋ ਕਿਸਮਾਂ ਹੋ ਸਕਦੀਆਂ ਹੈ ਐਂਡੋਗੈਮੀ ਦੀਆਂ, ਜੋ ਕਿ ਇੱਕ ਵਿਅਕਤੀ ਸਿਰਫ ਆਪਣੀ ਜਾਤ ਦੇ ਵਿੱਚ ਹੀ ਵਿਆਹ ਕਰਵਾਏਗਾ, ਤੇ ਇੱਕ ਵਿਅਕਤੀ ਜੇ ਆਪਣੀ ਜਾਤ ਤੋਂ ਬਾਹਰ ਵਿਆਹ ਕਰਾਉਂਦਾ ਸੀ ਤਾਂ ਉਸਨੂੰ ਕਠਿਨ ਜੋ ਪਨਿਸ਼ਮੈਂਟਸ ਹੈ ਉਹ ਦਿੱਤੀਆਂ ਜਾਂਦੀਆਂ ਸੀ, ਜਾਂ ਉਸਨੂੰ ਉਸ ਜਾਤ ਦੇ ਵਿੱਚੋਂ ਬਾਹਰ ਨਿਕਾਲ ਦਿੱਤਾ ਜਾਂਦਾ ਸੀ। ਕਿਉਂਕਿ ਇਹ ਸਾਰੀਆਂ ਚੀਜ਼ਾਂ ਲੋਕਾਂ ਦੁਆਰਾ ਹੀ ਬਣਾਈਆਂ ਗਈਆਂ ਸੀ, ਜਿਸ ਦੇ ਵਿੱਚ ਕੀ ਸੀ ਕਿ ਇੱਕ ਵਿਅਕਤੀ ਜੇ ਉਹ ਬ੍ਰਾਹਮਣ ਹੈ ਤਾਂ ਉਹਦਾ ਵਿਆਹ ਬ੍ਰਾਹਮਣ ਜਾਤ ਦੇ ਵਿੱਚ ਹੀ ਹੋਏਗਾ, ਜੇ ਖੱਤਰੀ ਹੈ ਤਾਂ ਖੱਤਰੀ ਦੇ ਵਿੱਚ, ਜੇ ਵੈਸ਼ ਹੈ ਤਾਂ ਵੈਸ਼, ਜਾਂ ਜੇ ਸ਼ੂਦਰ ਹੈ ਤਾਂ ਉਹਦਾ ਵਿਆਹ ਉਹ ਨੀਵੀਂ ਜਾਤ ਸ਼ੂਦਰ ਜਾਤ ਦੇ ਵਿੱਚ ਹੀ ਹੋਏਗਾ। ਤੇ ਇੱਕ ਜੇ ਨੀਵੀਂ ਜਾਤ ਦਾ ਵਿਅਕਤੀ ਉੱਚੀ ਜਾਤ ਦੇ ਵਿੱਚ, ਜਾਂ ਉੱਚੀ ਜਾਤ ਦਾ ਵਿਅਕਤੀ ਨੀਵੀਂ ਜਾਤ ਦੇ ਵਿਅਕਤੀ ਦੇ ਨਾਲ ਵਿਆਹ ਕਰਵਾ ਲੈਂਦਾ ਸੀ ਤਾਂ ਉਸ ਵਿਅਕਤੀ ਨੂੰ ਉਸ ਜਾਤ ਵਿੱਚੋਂ ਕੱਢ ਦਿੱਤਾ ਜਾਂਦਾ ਸੀ, ਕਿਉਂਕਿ ਸਮਾਜ ਦੁਆਰਾ ਇਸ ਚੀਜ਼ ਨੂੰ ਪ੍ਰਵਾਨਗੀ ਨਹੀਂ ਸੀ ਦਿੱਤੀ ਗਈ। ਹੁਣ ਸਮਾਜ ਨੂੰ ਪ੍ਰਵਾਨਗੀ ਦੇਣ ਦਾ ਮਤਲਬ ਹੈ ਕਿ ਸਮਾਜ ਦੇ ਨਿਯਮਾਂ ਦੇ ਅਨੁਸਾਰ ਚੱਲਣਾ। ਜੇ ਇੱਕ ਵਿਅਕਤੀ ਸਮਾਜ ਦੇ ਨਿਯਮਾਂ ਦੇ ਅਨੁਸਾਰ ਚੱਲੇਗਾ, ਇਸ ਦਾ ਮਤਲਬ ਕਿ ਉਹ ਸਮਾਜ ਨੂੰ ਇੱਕ ਸੰਗਠਿਤ ਰੂਪ ਬਣਾਉਣ ਦੇ ਵਿੱਚ ਉਹ ਸਹਾਇਤਾ ਕਰ ਰਿਹਾ। ਜੋ ਆਪਣਾ ਸਮਾਜ ਹੈ ਉਹ ਬੇਸਿਕਲੀ ਇੱਕ ਢਾਂਚੇ ਦੇ ਵਾਂਗ ਹੀ ਹੈ, ਜਿਸ ਦੇ ਵਿੱਚ ਹਰ ਇੱਕ ਵਿਅਕਤੀ ਆਪਣੀ ਸਥਿਤੀ ਦੇ ਅਨੁਸਾਰ ਆਪਣੀ ਭੂਮਿਕਾ ਨਿਭਾ ਰਿਹਾ ਹੈ, ਜਾਂ ਉਸ ਤੋਂ ਇਲਾਵਾ ਆਪਾਂ ਬੋਲ ਸਕਦੇ ਹਾਂ ਕਿ ਹਰ ਇੱਕ ਵਿਅਕਤੀ ਸਹੀ ਦਿਸ਼ਾ ਦੇ ਵਿੱਚ ਚੱਲ ਰਿਹਾ ਹੈ। ਇੱਕ ਰਾਈਟ ਡਾਇਰੈਕਸ਼ਨ, ਇੱਕ ਸਹੀ ਦਿਸ਼ਾ ਦੇ ਵਿੱਚ ਚੱਲਣਾ ਹੀ ਇਹ ਸਮਾਜ ਦਾ ਇੱਕ ਮਹੱਤਵਪੂਰਨ ਅੰਗ ਮੰਨਿਆ ਗਿਆ ਹੈ, ਇੱਕ ਜ਼ਰੂਰੀ ਚੀਜ਼ ਮੰਨੀ ਗਈ ਹੈ, ਜਿਸ ਦੇ ਨਾਲ ਸਮਾਜ ਆਪਣਾ ਵਿਕਾਸ ਕਰੇਗਾ। ਤੇ ਇੱਥੇ ਵਿਆਹ ਦੀ ਸੰਸਥਾ ਦੇ ਵਿੱਚ ਜੇ ਜਾਤੀ ਅੰਤਰ ਵਿਆਹ ਦੀ ਗੱਲ ਹੋ ਰਹੀ ਹੈ ਤਾਂ ਉਸ ਜਾਤੀ ਦੇ ਅੰਦਰ, ਉਸ ਵਰਗ ਦੇ ਅੰਦਰ, ਹੁਣ ਦੇਖੋ ਵਰਗ ਕੀ ਹੈ, ਵਰਗ ਅਪਰ, ਮਿਡਲ ਤੇ ਲੋਅਰ, ਉੱਚ ਵਰਗ, ਮੱਧ ਵਰਗ ਤੇ ਨੀਵਾਂ ਵਰਗ। ਜੋ ਵਰਗ ਸ਼ਬਦ ਹੈ ਉਹ ਪੈਸੇ ਦੇ ਨਾਲ, ਪ੍ਰਾਪਰਟੀ ਦੇ ਨਾਲ, ਵੈਲਥ ਕਹਿ ਸਕਦੇ ਹੋ, ਜਾਇਦਾਦ ਦੇ ਨਾਲ, ਇਹ ਸਾਰੀਆਂ ਚੀਜ਼ਾਂ ਦੇ ਨਾਲ ਸੰਬੰਧਿਤ ਹੈ। ਉਹ ਵਿਅਕਤੀ ਜਿਸ ਦੇ ਕੋਲ ਪੈਸਾ ਜ਼ਿਆਦਾ ਹੋਏਗਾ, ਜਿਸ ਦਾ ਸਮਾਜ ਦੇ ਵਿੱਚ ਰੁਤਬਾ ਜ਼ਿਆਦਾ ਹੋਏਗਾ, ਉਹ ਉੱਚੇ ਵਰਗ ਨੂੰ ਸੰਬੋਧਿਤ ਕਰੇਗਾ। ਦੂਸਰਾ, ਜਿਸ ਦੇ ਕੋਲ ਪੈਸਾ ਥੋੜਾ ਦਰਮਿਆਨੇ ਲੈਵਲ ਦੇ ਉੱਤੇ ਹੋਏਗਾ, ਮਿਡਲ ਕਲਾਸ ਫੈਮਿਲੀਜ਼ ਕਹਿ ਸਕਦੇ ਹੋ, ਉਹ ਮੱਧ ਵਰਗ ਵਿੱਚ ਹੋ ਜਾਏਗਾ। ਤੇ ਤੀਜਾ ਜਿਹੜਾ ਨੀਵਾਂ ਵਰਗ ਹੈ ਉਹ ਕੀ ਹੋਏਗਾ, ਜੋ ਵਿਅਕਤੀ ਗਰੀਬ ਹੋਣਗੇ ਉਹਦੇ ਵਿੱਚ ਆਉਣਗੇ, ਮਤਲਬ ਜ਼ਿਆਦਾ ਪੈਸਾ ਨਾ ਹੋਣਾ, ਜ਼ਿਆਦਾ ਜਾਇਦਾਦ ਨਾ ਹੋਣੀ। ਸੋ ਉਹ ਸਾਰੇ ਵਿਅਕਤੀ ਕੀ ਹੈ, ਨੀਵੇਂ ਵਰਗ ਦੇ ਵਿੱਚ ਸ਼ਾਮਿਲ ਹੋ ਜਾਣਗੇ। ਸੋ ਇੱਕ ਵਿਅਕਤੀ ਜੇ ਆਪਣੇ ਵਰਗ ਤੋਂ ਇਲਾਵਾ ਦੂਜੇ ਵਰਗ ਦੇ ਵਿੱਚ ਜੇ ਵਿਆਹ ਕਰਵਾ ਰਿਹਾ ਹੈ ਤਾਂ ਉਸਨੂੰ ਵੀ ਸਮਾਜ ਦੁਆਰਾ ਪ੍ਰਵਾਨਗੀ ਨਹੀਂ ਦਿੱਤੀ ਜਾਏਗੀ। ਪਰ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਕੀ ਹੈ, ਕਈ ਤਰ੍ਹਾਂ ਦੇ ਪਰਿਵਰਤਨ ਸਮਾਜ ਦੇ ਵਿੱਚ ਪਾਏ ਜਾਂਦੇ ਹੈ ਕਿ ਹਰ ਇੱਕ ਵਿਅਕਤੀ ਦੂਜੇ ਵਿਅਕਤੀ ਦੇ ਨਾਲ ਮਿਲ ਕੇ ਅੰਤਰ ਕਿਰਿਆਵਾਂ ਕਰ ਰਿਹਾ ਹੈ, ਦੂਜੇ ਵਿਅਕਤੀ ਦੇ ਨਾਲ ਹਰ ਇੱਕ ਵਿਅਕਤੀ, ਮਤਲਬ ਕਿਸੇ ਨਾਲ ਵੀ ਤੁਸੀਂ ਵਿਆਹ ਦੇ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ ਕਿ ਕੋਈ ਵਿਅਕਤੀ ਕਿਸੇ ਵੀ ਨਸਲ ਦਾ, ਕਿਸੇ ਜਾਤ ਦਾ, ਕਿਸੇ ਵੀ ਦੇਸ਼ ਦਾ ਹੈ, ਕੋਈ ਵੀ ਉਹਦੀ ਉਮਰ ਹੈ, ਕੋਈ ਲਿੰਗ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਮਾਜ ਨੂੰ ਪ੍ਰਵਾਨਗੀ ਦੇ ਰਿਹਾ ਹੈ। ਲੇਕਿਨ ਇਹ ਸਾਰੀਆਂ ਚੀਜ਼ਾਂ ਪ੍ਰਾਚੀਨ ਸਮੇਂ ਤੋਂ ਸ਼ੁਰੂ ਹੋ ਕੇ ਹੁਣ ਤੱਕ ਜਿਵੇਂ ਦੀਆਂ ਚੱਲ ਰਹੀਆਂ, ਆਪਾਂ ਇੱਥੇ ਉਹੀ ਵਿਸਤਾਰ ਦੇ ਨਾਲ ਆਪਾਂ ਉਸਨੂੰ ਸਟੱਡੀ ਕਰ ਰਹੇ ਹਾਂ। ਸੋ ਉਸ ਤੋਂ ਬਾਅਦ ਦੂਸਰਾ ਕੀ ਹੈ, ਜਾਤੀ ਬਾਹਰ ਵਿਆਹ। ਸੋ ਆਪਣੀ ਜਾਤ ਤੋਂ ਬਾਹਰ ਵਿਆਹ ਕਰਾਉਣਾ, ਕਿਉਂਕਿ ਇੱਕ ਵਿਅਕਤੀ ਜਿਵੇਂ ਐਂਡੋਗੈਮੀ ਪਾਈ ਜਾਂਦੀ ਹੈ, ਉਵੇਂ ਹੀ ਕੁਝ ਐਦਾਂ ਦੇ ਕਬੀਲੇ, ਕੁਝ ਐਦਾਂ ਦੇ ਸਮਾਜ, ਕੁਝ ਐਦਾਂ ਦੀਆਂ ਜਗ੍ਹਾਵਾਂ ਹੈ ਜਿੱਥੇ ਐਗਜ਼ੋਗੈਮੀ ਵੀ ਪਾਈ ਜਾਂਦੀ ਹੈ। ਐਗਜ਼ੋਗੈਮੀ, ਐਗਜ਼ੋ ਵਰਡ ਦਾ ਮਤਲਬ ਬਾਹਰ, ਆਊਟਸਾਈਡ, ਆਊਟਸਾਈਡ योर ਕਾਸਟ, ਜਾਤੀ ਤੋਂ ਬਾਹਰ ਵਿਆਹ ਕਰਾਉਣਾ। ਸੋ ਇੱਥੇ ਵੀ ਉਵੇਂ ਹੀ ਜਾਤੀ ਅੰਤਰ ਵਿਆਹ ਦੇ ਵਾਂਗੂ ਹੀ ਸੇਮ ਚੀਜ਼ਾਂ ਫੋਲੋ ਹੋਣਗੀਆਂ ਕਿ ਇੱਕ ਜਾਤ ਤੋਂ ਬਾਹਰ, ਨਸਲ ਤੋਂ ਬਾਹਰ, ਵਰਗ ਤੋਂ ਬਾਹਰ ਵਿਆਹ ਕਰਵਾਉਣਾ, ਉਸ ਉਪਜਾਤ ਤੋਂ ਬਾਹਰ ਵਿਆਹ ਕਰਾਉਣਾ। ਸੋ ਜੇ ਇੱਕ ਵਿਅਕਤੀ ਆਪਣੀ ਹੀ ਜਾਤ ਦੇ ਵਿੱਚ ਵਿਆਹ ਕਰਵਾਉਂਦਾ ਹੈ ਤਾਂ ਉਸਨੂੰ ਪ੍ਰਵਾਨਗੀ ਨਹੀਂ ਮਿਲਦੀ। ਲੇਕਿਨ ਐਂਡੋਗੈਮੀ ਦੇ ਵਿੱਚ, ਜਾਤੀ ਅੰਤਰ ਵਿਆਹ ਦੇ ਵਿੱਚ ਕੀ ਹੈ ਕਿ ਜੇ ਦੋ ਵਿਅਕਤੀ ਆਪਣੀ ਹੀ ਜਾਤ ਦੇ ਵਿੱਚ ਵਿਆਹ ਕਰਵਾਉਂਦੇ ਆ ਸੋ ਉਸ ਦੇ ਨਾਲ ਖੂਨ ਦੀ ਸ਼ੁੱਧਤਾ ਬਣੀ ਰਹਿੰਦੀ ਹੈ। ਤੇ ਉਸ ਤੋਂ ਬਿਲਕੁਲ ਵਿਪਰੀਤ ਜੋ ਆਪਾਂ ਐਗਜ਼ੋਗੈਮੀ ਦਾ ਗੱਲ ਕਰ ਰਹੇ ਹਾਂ, ਜਾਤੀ ਬਾਹਰ ਵਿਆਹ ਦੀ ਗੱਲ ਕਰ ਰਹੇ ਹਾਂ, ਸੋ ਉਸ ਦੇ ਵਿੱਚ ਕੀ ਹੈ ਕਿ ਇੱਕ ਵਿਅਕਤੀ ਆਪਣੀ ਜਾਤ ਤੋਂ ਬਾਹਰ ਵਿਆਹ ਕਰਵਾਏਗਾ, ਆਪਣੀ ਜਾਤ ਦੇ ਵਿੱਚ ਵਿਆਹ ਨਹੀਂ ਕਰਾਏਗਾ, ਆਪਣੀ ਨਸਲ ਦੇ ਵਿੱਚ ਨਹੀਂ ਕਰਵਾਏਗਾ, ਆਪਣੇ ਪਿੰਡ ਦੇ ਵਿੱਚ, ਪਿੰਡ ਦੇ ਤੋਂ ਬਾਹਰ ਵਿਆਹ ਕਰਾਉਣਾ, ਜਾਤੀ ਤੋਂ ਬਾਹਰ, ਵਰਗ ਤੋਂ ਬਾਹਰ, ਨਸਲ ਤੋਂ ਬਾਹਰ, ਪਿੰਡਾਂ ਤੋਂ ਬਾਹਰ, ਇਹ ਸਾਰੀਆਂ ਚੀਜ਼ਾਂ ਐਗਜ਼ੋਗੈਮੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਹੈ, ਜਾਤੀ ਬਾਹਰ ਵਿਆਹ ਦੇ ਵਿੱਚ ਦੇਖਣ ਨੂੰ ਮਿਲਦੀਆਂ। ਸੋ ਇਹ ਗੱਲ ਹੋ ਗਈ ਹੈ ਹੁਣ ਵਿਆਹ ਦੀਆਂ ਕਿਸਮਾਂ ਦੀ। ਸੋ ਇਸ ਤੋਂ ਇਲਾਵਾ ਜੇ ਵਿਆਹ ਦੀ ਜ਼ਰੂਰਤ ਦੀ ਗੱਲ ਕਰੀਏ, ਅੱਜ ਦੇ ਜ਼ਮਾਨੇ ਲਈ ਬਹੁਤ ਜਿਹੜੇ ਯੰਗਸਟਰਸ ਹੈ, ਨਵੀਂ ਪੀੜ੍ਹੀ ਹੈ, ਉਹ ਹਮੇਸ਼ਾ ਇਹ ਚੀਜ਼ਾਂ ਨੂੰ ਅੱਗੇ ਰੱਖਦੀ ਹੈ ਕਿ ਵਿਆਹ ਕਰਾਉਣ ਦੀ ਜ਼ਰੂਰਤ ਕੀ ਹੈ। ਵਿਆਹ ਦੀ ਜ਼ਰੂਰਤ ਇਸ ਲਈ ਹੈ, ਸਭ ਤੋਂ ਪਹਿਲਾਂ ਤਾਂ ਲਿੰਗਿਕ ਇੱਛਾਵਾਂ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਇੱਕ ਵਿਅਕਤੀ ਵਿਆਹ ਦੀ ਸੰਸਥਾ ਦੇ ਵਿੱਚ ਪ੍ਰਵੇਸ਼ ਕਰੇ, ਕਿਉਂਕਿ ਜੇ ਉਹ ਵਿਆਹ ਦੀ ਸੰਸਥਾ ਤੋਂ ਬਿਨਾਂ ਕੋਈ ਲੜਕੀ ਕਿਸੇ ਲੜਕੇ ਨਾਲ
संबंध शरीरिक तौर पर संबंध बनाती है तो उसको समाज द्वारा प्रवानगी नहीं दी जाती। ये चीज़ां गैर कानूनी मनिया जांदियां हैं। इस करके विआह दी संस्था दे विच प्रवेश करके फिर यौन संबंध, जिनसी संबंध या लैंगिक संबंध बनाना या उन्हां इच्छावां नूं पूरा करना ही एक मुख जरूरत हो जाती है विआह दी संस्था दी। इस तो बाद समाज की होंद नूं कायम रखण दे लई भी जरूरी है विआह, क्योंकि जे विआह दी संस्था ही नहीं होएगी, अगे परिवार ही नहीं बनेगा, तो समाज दे विच जो एक समाज की जो होंद है, समाज का जो अस्तित्व है वो नहीं रहेगा। इस करके ये सारिया चीज़ों का होना जरूरी है। व्यक्तित्व के निर्माण लई एक व्यक्ति, एक मनुख, उसकी शख्सियत का जो निर्माण होना है तो वह विआह जिवें परिवार दे विच भी उसकी शख्सियत का निर्माण हो रहा उवें ही विआह दे विच भी हो रहा है, क्योंकि वो हर एक तरह दियां योग्यतावां ओदियां प्रफुलित होणगियां, वो डिवेलप होएगा, वो हर एक तरह दी जिम्मेवारियां नूं निभाउण दे योग बनेगा। सो जिथे एक व्यक्ति वख-वख तरह दी जिम्मेवारियां नूं निभाउण दे योग हो जाता है, उत्थे आपां कह सकते हैं कि हाँ वो हुण विआह दी संस्था दे विच रह के विआह दे जो नियम हैं, जो कायदे कानून है, उन्हां नूं फॉलो कर रहे हैं। क्योंकि हर एक संस्था दे कुछ ना कुछ नियम हुंदे हैं ते इन्हां नियमां नूं फॉलो करना बहुत जरूरी है। इन्हां नियमां दी उलंघना कीते बिना समाज नूं एक सही दिशा दे विच लैके जाना। हुण समाज नूं सही दिशा दे विच लैके जाण दा मतलब कि जे एक व्यक्ति समाज दे विच एक संगठित रूप दे विच रह के काम करेगा, अंतर क्रियावां करेगा, एक दूसरे नाल मिल के एकता दी भावना दे नाल काम करेगा, या हर एक संस्था दे विच प्रवेश करना जरूरी समझेगा। हुण जरूरी समझण दा मतलब कि जरूरी नहीं है कि हर एक संस्था व्यक्ति वास्ते जरूरी है कि उन्हें उस दे विच प्रवेश करना ही है, लेकिन इत्थे मेरे कहण दा ये मतलब है कि जो परिवार की संस्था है या जो विआह की संस्था है, ये दोनों ही संस्थावां जरूरी हैं, जिस दे नाल व्यक्ति अपना उसका व्यक्तित्व का विकास हो रहा है, वो हर एक तरह का उसकी डिवेलपमेंट होएगी ते नाल नाल समाज का भी विकास हो रहा है। इस तो इलावा जो विआह की संस्था है वो बुढ़ापे दे विच भी मदद प्रदान करती है। विआह औरत ते पुरुष द्वारा समाज द्वारा तो प्रवानगी मिली हुई है, बच्चे पैदा होणगे, परिवार दे विच प्रवेश होणगे ते वो बच्चे ही अगे जाके बुढ़ापे दे विच मदद प्रदान करनगे अपने माँ बाप, जिस दे नाल समाज एक स्थिर रूप दे विच रहेगा ते समाज दे विच कदे भी अनैतिकता या अराजकता नहीं फैलेगी। इस तो इलावा मानसिक संतुष्टि प्रदान करना, क्योंकि हर एक व्यक्ति समाज दे विच वख-वख काम अलग-अलग स्थितियां ते है, अलग-अलग भूमिकावां निभा रहा है, जिस दे नाल समाजिक संतुलन कई बार बिगड़ जाता है। सो वो संतुलन, वो समाज मानसिक संतुलन नूं स्थिर रखण दे लई एक पार्टनर दा होना जरूरी है। पति लई पत्नी दा या पत्नी लई पति दा होना जरूरी है, जिस नाल मानसिक संतुष्टि है वो कौन प्रदान करेगा? विआह दी संस्था। सो विआह नूं जे विआह दी संस्था नूं जरूरी मन्निया है तां ही व्यक्ति इस संस्था का हिस्सा बन रहे हैं ते समाज एक संगठित रूप दे विच चल रहा है, जिस दे नाल समाज होंद दे विच आ रहा है। सो इस करके ये चीज़ां दा होना जरूरी है। इस तो बाद आर्थिक जरूरतों की पूर्ति भी विआह की संस्था के नाल कीती जाती है। हुण आर्थिक जरूरतां, पैसा, क्योंकि जे एक व्यक्ति समाज दे विच रह के जे वो चंगी तरह सरवाइव किवें करेगा, जब तक उहदियां आर्थिक जरूरतां पूरियां नहीं हो सकदियां, वो समाज दे विच अपना काम भी सही ढंग नाल नहीं कर सकता, क्योंकि पैसे का होना भी उन्ना ही जरूरी है जिन्ना एक व्यक्ति समाज दे विच बाकी चीज़ों नूं जरूरी समझदा है। इस करके आर्थिक जरूरतों की पूर्ति, पैसे दी लोड़ एक व्यक्ति दी नूं जिंदगी जीण दी जरूरी है, और वो जरूरत विआह की संस्था दे विच भी पूरी हो सकती है, क्योंकि विआह दे विच पति पत्नी उन्हां दे बच्चे या पति पत्नी की ही जे इकल्ले गल करिए तां उहदे विच भी काम वंडिया होया है। पति का काम घर तो बाहर जाके पैसे कमाना, या जिवें परिवार दे विच आपां पहलां भी गल कीती सी। सो काम या उन्होंने जो भूमिका है, जो रोल है, वो भी डिवाइड किया गया, वो भी दस्या गया, जिस दे नाल आर्थिक जरूरतां पूरियां होणगियां ते इह जरूरतां विआह दी संस्था पूरी करेगी। इस तो इलावा एक होर पॉइंट है कि जो समाजिक सुरक्षा है, समाज दे विच सुरक्षा प्रदान करना, किसी भी प्रकार के प्रैशर तो, किसी भी तरह के कठिनाई तो ये जो विआह की संस्था है वो व्यक्ति नूं समाजिक तौर पर सुरक्षा प्रदान करती है।
क्योंकि समाज दे विच वख-वख तरह के लोग, अलग-अलग सोच, अलग-अलग व्यवहार हुंदा है। सो इस तरह कह सकते हैं कि समाज दे विच जिंदगी जीना सौखा हो जाता है जे विआह दी संस्था दे विच व्यक्ति रह के एक दूसरे का सहारा बन रहा है। बच्चे अपने माँ बाप दे बुढ़ापे का सहारा बनते हैं, मानसिक संतुलन भी सही ढंग दे नाल रहिंदा है, या कह सकते हो कि शरीरिक इच्छावां दे नाल मानसिक इच्छावां भी पूरीआं हो रही हैं ते समाजिक तौर उत्ते सुरक्षा भी प्रदान कौन कर रहा है? विआह दी संस्था। सो सहयोग दे लई भी विआह दी जो विआह है वो जरूरी है। सहयोग का मतलब एक दूसरे नाल कोऑपरेट करना, एक दूसरे नू समझना, एकता दे विच रहना ते जो समूह है, क्योंकि विआह नू भी एक समूह मन्निया गया है। समाज की है अपना वख-वख समूहां दे विचों निकलिया है समाज, या समाज नू जे देखिए तां ओह समाज वख-वख समूहां दे नाल बनिया होया, जिस दे विच परिवार, नातेदारी, धर्म, कोई राजनीतिक संस्था होगी, कोई भी एनजीओ होगी, नॉन गवर्नमेंटल ऑर्गेनाइजेशन है, कोई स्वै सेवी संगठन है। सो ये सारा कुछ की है समाज का ही हिस्सा है। उस हिस्से दे विचों ही एक विआह एक ऐसी संस्था है जो जरूरी है, जिस दे नाल समाज अपना संतुलित रहेगा, समाज दे विच एक बैलेंस बनिया रहेगा, समाज स्थिर रहेगा। क्योंकि ये सारियां चीज़ां एक व्यक्ति दे व्यक्तित्व का निर्माण करती हैं। ये सारियां चीज़ां ही व्यक्ति नू मानसिक तौर पर, शरीरिक तौर उत्ते तंदुरुस्त रखदियां या उसनों स्टेबल रखदियां, उसनों एक व्यक्ति सैटिस्फाई हो जाता है कि हाँ उसने उसकी जिंदगी दे विच उसने किस ढंग दे नाल अपनी भूमिका निभानी है ते उसकी स्थिति समाज दे विच किस ढंग की होएगी। इस करके सहयोग दे लई जरूरी है समाज दे विच एक व्यक्ति विआह दी संस्था का हिस्सा बन के रहे। इस तो बाद जो वंश है, वंश परंपरा नू वधाउण दे लई भी जरूरी है विआह। जिवें पहला भी इस चीज़ बारे चर्चा हुई है कि परिवार विआह की जो संस्था है वो परिवार दे नाल अगे बढ़ती है या परिवार होंद विच आया। जे विआह की संस्था ना होंदी तां शायद परिवार भी होंद विच ना होंदा, समाज का वाधा नहीं सी हुंदा। क्योंकि विआह की संस्था दे विच समाजिक तौर ते समाज द्वारा मानता जो संबंधां नूं मिली हुई है, एक व्यक्ति या एक पुरुष ते स्त्री दे जिनसी संबंधां नूं, यौन संबंधां नूं जो समाजिक मानता मिली हुई है, उस दे नाल ही परिवार जो समूह है उसका प्रवेश हो रहा है ते उसदे नाल नाल जो वंश है, वंश परंपरा नूं अगे की है वधा रहा है, या इसनूं वधाउण दे लई विआह दा होना बहुत जरूरी है। क्योंकि जो वंश है, वंश की है कि एक औलाद तो औलाद होना ते वो वंश का नाम, वो बच्चा, वो औलाद अगे लैके जा रही है, अगे दी अगे जो एक कंटिन्यूटी चलती आउंदी है। एक बच्चे तो बाद जब वो वड्डा हुंदा है, वो विआह की संस्था दे विच प्रवेश करेगा, फिर उस तो बाद अगे उसके बच्चे होणगे। सो एक पीढ़ी तो दूजी पीढ़ी तक ये चीज़ां चलदियां रहिंदियां हैं। इस करके विआह दे रीति रिवाज, विआह दीआं परंपरावां या हिंदू विआह के अनुसार पुजारी का महत्व, सिंदूर का महत्व, ये सारियां चीज़ां बहुत ज़्यादा जरूरी हैं, जिसने विआह की संस्था नूं होर भी ज़्यादा मजबूत करता है। क्योंकि विआह आखिरकार एक समाजिक समझौता है। विआह के माध्यम नाल ही एक जो व्यक्ति है वो अपना घर वसाउंदा है, वो लिंगिक संबंधां दे विच प्रवेश करता है, संतान पैदा करता है, अते उन्हां दे पालन पोषण दे लई की है एक जो स्थाई आधार कौन प्रदान करता है? विआह। बच्चियां दे पालन पोषण दे विच एक बच्चे नूं किवें पालना है, या किवें बच्चों के माँ बाप कौन खवाउणगे, उस तो बाद वो बच्चों का समाजीकरण किवें होएगा, उन्हां दी परवरिश की, पालन पोषण की सारी जिम्मेवारी परिवार दे विच या विआह दे विच माता पिता द्वारा लित्ती जाती है। ते ये जिम्मेवारी तां ही लित्ती जाएगी जे विआह की संस्था होंद दे विच आएगी। इस करके उन्हां दे पालन पोषण दे लई स्थाई आधार प्रदान करती है। एक आधार है, एक बेस है, एक मीनस है, जिस दे नाल समाज संतुलित रहेगा, समाज स्टेबल रहेगा, समाज दे विच हर एक व्यक्ति दूसरे दे नाल मिल के काम करेगा। क्योंकि समाज दे विच की है वख-वख संस्थावां पाईयां जांदियां, वो संस्थावां व्यक्ति दीआं जरूरतां नूं पूरा करदियां, भावें वो मानसिक जरूरतां है, शरीरिक जरूरतां या हर एक तरह की जरूरत है। जिवें परिवार की गल भी हुई सी, सो ये जो परिवार है या विआह है, ये दोनों एक दूसरे दे नाल कड़ी दे वांग जुड़े हुए हैं, इंटरलिंक्ड हैं, जो समाज दे विच रह के एक व्यक्ति अंतर क्रियावां कर रहा है। क्योंकि जिवें इसदे
ਇਸ ਦੇ ਅਰਥ ਵਿੱਚ ਵੀ ਦੇਖਿਆ ਸੀਗਾ ਕਿ ਮਨੁੱਖੀ ਸਮਾਜ ਨੂੰ ਕਾਇਮ ਰੱਖਣ ਦੇ ਲਈ ਵਿਆਹ ਦੀ ਸੰਸਥਾ ਦਾ ਹੋਣਾ ਲਾਭਦਾਇਕ ਹੈ। ਜਦ ਤੱਕ ਵਿਆਹ ਦੀ ਸੰਸਥਾ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਹੈ ਕਿ ਇੱਕ ਵਿਅਕਤੀ ਦੂਸਰੇ ਦੇ ਸਹਿਯੋਗ ਦੇ ਨਾਲ ਜਾਂ ਸਮਾਜਿਕ ਇੱਕ ਤਰ੍ਹਾਂ ਦਾ ਸਮਾਜਿਕ ਸਮਝੌਤਾ ਹੈ, ਜਿਸ ਦੇ ਨਾਲ ਉਹ ਆਪਣੇ ਵੰਸ਼ ਨੂੰ ਅੱਗੇ ਚਲਾਏਗਾ, ਬੱਚੇ ਪੈਦਾ ਕਰੇਗਾ, ਬੱਚਿਆਂ ਦਾ ਪਾਲਣ ਪੋਸ਼ਣ ਕਰੇਗਾ ਤੇ ਉਹਨਾਂ ਦਾ ਸਮਾਜੀਕਰਨ ਕਰੇਗਾ। ਕਿਉਂਕਿ ਸਮਾਜੀਕਰਨ ਕਿਵੇਂ ਹੋਏਗਾ ਕਿ ਜਦ ਬੱਚਿਆਂ ਨੂੰ ਉਹਨਾਂ ਦੇ ਮਾਂ-ਬਾਪ ਦਾ ਨਾਮ ਮਿਲੇਗਾ, ਉਸ ਪਰਿਵਾਰ ਦੇ ਵੰਸ਼ ਦਾ ਨਾਮ ਮਿਲੇਗਾ ਤੇ ਅੱਗੇ ਜਾ ਕੇ ਉਹ ਬੱਚੇ ਆਪਣੇ ਮਾਤਾ ਪਿਤਾ ਤੋਂ, ਆਪਣੇ ਪਰਿਵਾਰ ਤੋਂ ਚੀਜ਼ਾਂ ਸਿੱਖਣਗੇ, ਆਪਣੇ ਆਂਢੀ ਗੁਆਂਢੀਆਂ ਤੋਂ, ਸਮਾਜ ਦੇ ਵਿੱਚ ਰਹਿ ਕੇ ਉਹ ਚੀਜ਼ਾਂ ਸਿੱਖਣਗੇ। ਕਿਉਂਕਿ ਸਿੱਖਣ ਦੀ ਪ੍ਰਕਿਰਿਆ ਦਾ ਨਾਮ ਹੀ ਸਮਾਜੀਕਰਨ ਹੈ, ਜਿਸ ਦੇ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ, ਬੱਚੇ ਪੈਦਾ ਕਰਨਾ, ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ, ਹਰ ਇੱਕ ਤਰ੍ਹਾਂ ਦੀ ਸੁਰੱਖਿਆ, ਜਾਇਦਾਦ ਦੀ ਸੁਰੱਖਿਆ ਪ੍ਰਦਾਨ ਕਰਨਾ, ਆਰਥਿਕ ਤੌਰ ਤੇ ਜ਼ਰੂਰਤਾਂ ਪੂਰੀਆਂ ਕਰਨੀਆਂ, ਇਹ ਸਾਰੀਆਂ ਚੀਜ਼ਾਂ ਹੀ ਕੀ ਹੈ, ਵਿਆਹ ਦੀ ਸੰਸਥਾ ਦੇ ਵਿੱਚ ਰਹਿ ਕੇ ਹੀ ਪੂਰੀਆਂ ਕੀਤਾ ਜਾਂਦਾ ਹੈ। ਕਿਉਂ? ਕਿਉਂਕਿ ਵਿਆਹ ਨੂੰ ਬਹੁਤ ਹੀ ਮਹੱਤਵਪੂਰਨ ਅੰਗ ਮੰਨਿਆ ਹੈ ਸਮਾਜ ਦਾ। ਜਿਵੇਂ ਸਮਾਜ ਇੱਕ ਇਕਾਈ ਦੇ ਵਾਂਗ ਹੈ, ਇੱਕ ਯੂਨਿਟ ਦੇ ਵਾਂਗ ਹੈ, ਵੱਖ-ਵੱਖ ਚੀਜ਼ਾਂ ਨੂੰ ਮਿਲਾ ਕੇ ਇੱਕ ਸਮਾਜ ਬਣਦਾ। ਉਦਾਹਰਨ ਦੇ ਤੌਰ ਤੇ ਜੇ ਕੋਈ ਵੀ ਚੀਜ਼ ਨੂੰ ਦੇਖੀਏ ਜਾਂ ਜੇ ਕੰਪਿਊਟਰ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਪਾਰਟਸ ਨੂੰ ਜੋੜ ਕੇ, ਅਲੱਗ-ਅਲੱਗ ਅੰਗਾਂ ਨੂੰ ਜੋੜ ਕੇ ਇਹ ਇੱਕ ਕੰਪਿਊਟਰ ਤਿਆਰ ਹੋ ਰਿਹਾ। ਉਵੇਂ ਹੀ ਕੀ ਹੈ, ਸਮਾਜ ਦੇ ਵਿੱਚ ਵੱਖ-ਵੱਖ ਅੰਗ, ਭਾਵੇਂ ਉਹ ਨਾਤੇਦਾਰੀ ਹੈ, ਕੋਈ ਧਾਰਮਿਕ ਸੰਗਠਨ, ਰਾਜਨੀਤਿਕ ਸੰਗਠਨ ਹੈ ਜਾਂ ਕੋਈ ਵੀ ਇਦਾਂ ਦੀ ਸੰਸਥਾ ਹੈ, ਇਦਾਂ ਦਾ ਸਮੂਹ ਹੈ, ਇਹ ਸਾਰੇ ਸਮੂਹਾਂ ਨੂੰ, ਇਹ ਸਾਰੀਆਂ ਸੰਸਥਾਵਾਂ ਨੂੰ ਇਕੱਠਾ ਜੋੜ ਕੇ, ਇਕੱਠਾ ਮਿਲਾ ਕੇ ਕੀ ਚੀਜ਼ ਤਿਆਰ ਹੁੰਦੀ ਹੈ, ਆਪਣਾ ਸਮਾਜ। ਤੇ ਉਹ ਸਾਰੀਆਂ ਹੀ ਸੰਸਥਾਵਾਂ ਸਮਾਜ ਦੀ ਤਰੱਕੀ ਲਈ, ਸਮਾਜ ਨੂੰ ਦੀ ਡਿਵੈਲਪਮੈਂਟ ਵਾਸਤੇ ਜ਼ਰੂਰੀ ਹੈ। ਕਿਉਂਕਿ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਕਿ ਜੇ ਇੱਥੇ ਜਾਂ ਜੇ ਸਮਾਜ ਦੇ ਵਿੱਚ ਸੰਸਥਾਵਾਂ ਨਾ ਹੁੰਦੀਆਂ ਤਾਂ ਸਮਾਜ ਦਾ ਵੀ ਨਸ਼ਟ ਇੱਥੇ ਹੀ ਹੋ ਜਾਣਾ ਸੀ। ਇਹ ਸੰਸਥਾਵਾਂ ਨੇ ਹੀ ਇਸ ਸਮਾਜ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਹ ਸੰਸਥਾਵਾਂ ਹੀ ਇਸ ਸਮਾਜ ਦਾ ਨੀਂਹ ਹਨ, ਬੈਕਬੋਨ ਕਹਿ ਸਕਦੇ ਹੋ ਤੁਸੀਂ, ਜਿਸ ਦੇ ਨਾਲ ਸਮਾਜ ਦੇ ਵਿੱਚ ਵਿਅਕਤੀ ਇੱਕ ਦੂਸਰਿਆਂ ਨਾਲ ਅੰਤਰ ਕਿਰਿਆਵਾਂ ਕਰ ਰਿਹਾ ਹੈ, ਉਹ ਸਮਾਜ ਦੇ ਵਿੱਚ ਵਿਕਾਸ ਕਰ ਰਿਹਾ ਹੈ, ਦੂਸਰਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ ਤੇ ਆਪਣੀਆਂ ਵੀ ਜ਼ਰੂਰਤਾਂ ਪੂਰੀਆਂ ਕਰਦਾ ਹੈ। ਕਿਉਂਕਿ ਜ਼ਰੂਰਤਾਂ ਜਿਵੇਂ ਰੋਟੀ ਕੱਪੜਾ ਮਕਾਨ, ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ ਇੱਕ ਵਿਅਕਤੀ ਨੂੰ ਸਮਾਜ ਦੇ ਵਿੱਚ ਸਰਵਾਈਵ ਕਰਨ ਵਾਸਤੇ। ਉੱਦਾਂ ਹੀ ਜਿਵੇਂ ਰੋਟੀ ਕੱਪੜਾ ਮਕਾਨ ਇਹ ਭੌਤਿਕ ਜ਼ਰੂਰਤਾਂ ਹੈ, ਉਵੇਂ ਹੀ ਵਿਆਹ ਦੇ ਵਿੱਚ ਵੀ ਰਹਿ ਕੇ ਕਈ ਤਰ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਏਗਾ ਤੇ ਇਹ ਸਮਾਜ ਜਾਂ ਜੋ ਵਿਅਕਤੀ ਹੈ, ਉਸ ਵਿਅਕਤੀ ਨਾਲ ਸਮਾਜ ਦੀ ਨਿਰੰਤਰਤਾ ਕਾਇਮ ਰਹੇਗੀ। ਕਿਉਂਕਿ ਜੇ ਵਿਆਹ ਦੀ ਸੰਸਥਾ ਨਹੀਂ ਹੋਏਗੀ ਤਾਂ ਸਮਾਜ ਟੁੱਟ ਜਾਏਗਾ। ਸੋ ਸਮਾਜ ਇੱਕ ਅਟੁੱਟ ਕਹਿ ਸਕਦੇ ਹੋ, ਕਿਉਂਕਿ ਜਦ ਇਹ ਜੋ ਕੰਟੀਨਿਊਟੀ ਲੈਵਲ ਹੈ, ਇਹ ਜਨਮ ਦੇ ਨਾਲ ਹੀ ਅੱਗੇ ਅੱਗੇ ਵੱਧਦਾ ਜਾਂਦਾ ਹੈ। ਇੱਕ ਪੀੜ੍ਹੀ ਖਤਮ ਹੋ ਰਹੀ ਹੈ, ਪੁਰਾਣੀ ਪੀੜ੍ਹੀ ਖਤਮ ਹੋ ਰਹੀ ਹੈ, ਨਵੀਂ ਪੀੜ੍ਹੀ ਐਗਜ਼ਿਸਟ ਹੋ ਰਹੀ ਹੈ, ਸਮਾਜ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਸੋ ਇਹ ਜਦ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ, ਇੱਕ ਨਿਰੰਤਰ, ਇੱਕ ਕੜੀ ਦੇ ਵਾਂਗ, ਇੱਕ ਲਿੰਕ ਦੇ ਵਾਂਗ ਜਾਂ ਇੱਕ ਚੇਨ ਦੇ ਵਾਂਗ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ, ਉਸ ਚੇਨ ਨੂੰ ਹੀ ਸਮਾਜ ਦਾ ਨਾਮ ਦਿੱਤਾ ਜਾਏਗਾ ਤੇ ਇਸ ਚੇਨ ਦੇ ਵਿੱਚ ਇੱਕ ਮੇਨ ਜੋ ਪਾਰਟ ਹੈ ਉਹ ਵਿਆਹ ਹੋਏਗਾ। ਸੋ ਮੈਂ ਇੱਥੇ ਬੜੇ ਹੀ ਸਧਾਰਨ ਸ਼ਬਦਾਂ ਦੇ ਵਿੱਚ, ਮਤਲਬ ਕਿਤਾਬੀ ਚੀਜ਼ਾਂ ਤੋਂ ਵੱਖ, ਬਿਲਕੁਲ ਸਧਾਰਨ ਸ਼ਬਦਾਂ ਦੇ ਵਿੱਚ ਇਹ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵਿਆਹ ਆਖਿਰਕਾਰ ਹੈ ਕੀ, ਜਾਂ ਵਿਆਹ ਦੀ ਕਿਉਂ ਜ਼ਰੂਰਤ ਸੀ, ਵਿਆਹ ਦੀਆਂ ਵਿਸ਼ੇਸ਼ਤਾਵਾਂ ਕੀ ਹੈ, ਜਾਂ ਵਿਆਹ ਦੇ ਉਦੇਸ਼ ਅਤੇ ਵਿਆਹ ਦੇ ਮਹੱਤਵ। ਸੋ ਇਹ ਸਾਰੀਆਂ ਚੀਜ਼ਾਂ ਤੋਂ ਮੈਂ ਉਮੀਦ ਕਰਦੀ ਹਾਂ ਕਿ ਇਹ ਚੀਜ਼ਾਂ ਜ਼ਰੂਰ ਹਰ ਇੱਕ ਜਣੇ ਦੇ ਦਿਮਾਗ ਦੇ ਵਿੱਚ ਫਿਕਸ ਹੋ ਜਾਣਗੀਆਂ ਕਿ ਹਾਂ, ਵਿਆਹ ਦੀ ਸੰਸਥਾ ਹਰ ਇੱਕ ਚੀਜ਼ ਨੂੰ ਪੂਰਾ ਕਰਨ ਵਾਸਤੇ ਫਾਇਦੇਮੰਦ ਹੈ। ਜਿਵੇਂ ਆਰਥਿਕ ਜ਼ਰੂਰਤਾਂ ਦੀ ਗੱਲ ਹੋਈ ਸੀ, ਜਾਂ ਉਸ ਤੋਂ ਇਲਾਵਾ ਸਰੀਰਕ ਜ਼ਰੂਰਤਾਂ ਹੈ, ਇੱਕ ਸੰਸਥਾ ਦੀ ਨੀਂਹ ਹੈ ਜੋ ਪਰਿਵਾਰ ਹੈ, ਜਾਂ ਉਸ ਤੋਂ ਇਲਾਵਾ ਇੱਕ ਇੱਦਾਂ ਦੀ ਸਰਵ ਵਿਆਪਕ ਸੰਸਥਾ ਹੈ ਜੋ ਚਾਰੇ ਤਰਫ ਪਾਈ ਜਾਂਦੀ ਹੈ। ਸੋ ਮਨੁੱਖੀ ਸਮਾਜ ਨੂੰ ਵੀ ਕਾਇਮ ਰੱਖਣ ਦੇ ਲਈ ਕੀ ਹੈ, ਵਿਆਹ ਦੀ ਸੰਸਥਾ ਦਾ ਹੋਣਾ ਜ਼ਰੂਰੀ ਹੈ, ਜਿਸ ਦੇ ਨਾਲ ਵਿਅਕਤੀ ਆਪਣਾ ਸਮਾਜੀਕਰਨ ਕਰ ਰਿਹਾ ਹੈ, ਜਿਸ ਦੇ ਨਾਲ ਵਿਅਕਤੀ ਦੂਸਰੇ ਵਿਅਕਤੀਆਂ ਨਾਲ ਮਿਲ ਕੇ ਇਸ ਸੰਸਥਾ ਨੂੰ ਅੱਗੇ ਲੈ ਕੇ ਜਾਵੇ। ਕਿਉਂਕਿ ਸਮਾਜ ਨੂੰ ਸਟੇਬਲ ਰੱਖਣ ਦੀ ਜ਼ਰੂਰਤ ਹੈ। ਸਟੇਬਲ ਤਾਂ ਹੀ ਹੋਏਗਾ ਜਦ ਵਿਅਕਤੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੇਗਾ, ਭਾਵੇਂ ਉਹ ਮਾਨਸਿਕ ਜ਼ਰੂਰਤਾਂ ਹੈ ਜਾਂ ਸਰੀਰਕ ਜ਼ਰੂਰਤਾਂ। ਸੋ ਸਰੀਰਕ ਜ਼ਰੂਰਤਾਂ, ਜੈਵਿਕ ਲੋੜਾਂ ਕਹਿ ਸਕਦੇ ਹੋ, ਜਾਂ ਫਿਜ਼ੀਕਲ ਨੀਡਸ ਜਿਵੇਂ ਆਪਾਂ ਨਾਰਮਲ ਲੈਂਗੁਏਜ ਬੋਲਦੇ ਹੋ, ਤਾਂ ਹੀ ਪੂਰੀਆਂ ਹੋ ਸਕਦੀਆਂ ਜੇ ਵਿਆਹ ਦੀ ਸੰਸਥਾ ਹੋਂਦ ਦੇ ਵਿੱਚ ਆਏ। ਸੋ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਟੌਪਿਕ ਦੇ ਵਿੱਚ ਆਪਾਂ ਕਵਰ ਕੀਤਾ ਹੈ ਵਿਆਹ, ਉਸਦਾ ਅਰਥ, ਪਰਿਭਾਸ਼ਾਵਾਂ, ਵਿਸ਼ੇਸ਼ਤਾਵਾਂ, ਉਦੇਸ਼, ਮਹੱਤਵ ਤੇ ਉਸਦੀਆਂ ਜ਼ਰੂਰਤਾਂ। ਧੰਨਵਾਦ।